कहा जा रहा है कि 2024 ਦੇ ਤੱਕ ਜਿਹੜੇ 10 ਹੋਰ ਟੋਲ ਪਲਾਜ਼ੇ ਉਹ ਬੰਦ ਹੋ ਜਾਣਗੇ। ਇਸ ਦੇ ਵਿੱਚ ਆਖਰ ਕਿਹੜੇ ਟੋਲ ਪਲਾਜ਼ੇ ਨੇ ਜਿਹੜੇ ਬੰਦ ਹੋਣਗੇ, ਇਸ ਉੱਤੇ ਗੱਲਬਾਤ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਲ 2 ਟੋਲ ਪਲਾਜ਼ੇ ਬੰਦ ਕਰਾਉਣ ਦਾ ਫੈਸਲਾ ਕੀਤਾ ਗਿਆ, ਐਲਾਨ ਕੀਤਾ ਗਿਆ ਤੇ ਉੱਥੇ ਇੱਕ ਸਮਾਗਮ ਵੀ ਕੀਤਾ ਗਿਆ ਤੇ ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ 50 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਸਾਨੂੰ 20 ਮਹੀਨੇ ਤੱਕ ਟੋਲ ਪਲਾਜ਼ੇ ਹੋਰ ਚਲਾਉਣ ਦੀ ਆਗਿਆ ਦਿੱਤੀ ਜਾਵੇ। ਇਹ ਦੋਵੇਂ ਅਪੀਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਨੇ ਮਾਨ ਸਾਹਿਬ ਵੱਲੋਂ ਤੇ ਕਹਿ ਦਿੱਤਾ ਗਿਆ ਹੈ ਕਿ ਇਹ ਟੋਲ ਪਲਾਜ਼ੇ ਤੁਹਾਡੀ ਸਮਾਂ ਸੀਮਾ ਖਤਮ ਹੋਈ ਹੈ ਤੇ ਅਸੀਂ ਲੋਕ ਹਿੱਤ ਦੇ ਵਿੱਚ ਤੁਹਾਡੇ ਨਾਲ ਕੋਈ ਵੀ ਸਮਝੌਤਾ ਨਹੀਂ ਕਰਾਂਗੇ। ਸਾਬਕਾ ਵਿਧਾਇਕ ਨੇ ਕਾਂਗਰਸ ਦੇ, ਉਹਨਾਂ ਨੇ ਵੀ ਇੱਕ ਟੋਲ ਪਲਾਜ਼ਾ ਦੇ ਪੈਰਲਲ ਇੱਕ ਸੜਕ ਦਾ ਨਿਰਮਾਣ ਕਰਵਾਇਆ ਸੀ ਤਾਂ ਜੋ ਲੋਕਾਂ ਨੂੰ ਸਹੂਲਤ ਮਿਲੇ, ਤਾਂ ਟੋਲ ਪਲਾਜ਼ਾ ਨੇ ਉਹਨਾਂ ਦੇ ਉੱਤੇ ਵੀ ਕੇਸ ਕਰ ਦਿੱਤਾ ਸੀ ਜਿਹਦੀ ਅਜੇ ਤੱਕ ਉਹ ਪੇਸ਼ੀਆਂ ਭੁਗਤ ਰਹੇ ਨੇ ਤੇ ਉਹਨਾਂ ਤੋਂ ਹਰਜਾਨਾ ਵੀ ਮੰਗਿਆ ਗਿਆ ਤੇ ਉਹਨਾਂ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਕਿਹਾ ਹੈ ਕਿ ਮਾਨ ਸਰਕਾਰ ਕ੍ਰੈਡਿਟ ਲੈ ਰਹੀ ਹੈ ਟੋਲ ਪਲਾਜ਼ੇ ਬੰਦ ਕਰਵਾਉਣ ਦਾ, ਜਦਕਿ ਕਾਗਜ਼ੀ ਤੌਰ ਦੇ ਉੱਤੇ ਇਹਨਾਂ ਦੀ ਵੈਸੇ ਹੀ ਮਿਆਦ ਖਤਮ ਹੋ ਚੁੱਕੀ ਹੈ। ਡਰਾਮੇਬਾਜ਼ੀਆਂ ਚੱਲ ਰਹੀਆਂ ਨੇ। ਰਾਜਾ ਵੜਿੰਗ ਵੀ ਕਹਿੰਦੇ ਨੇ ਕਿ ਇਹਦੇ ਉੱਤੇ ਸਿਆਸਤ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਨਿਤਿਨ ਗਡਕਰੀ ਦੇ ਨਾਲ ਮੀਟਿੰਗ ਲਈ ਪਹੁੰਚੇ ਕੈਬਨਿਟ ਮੰਤਰੀ ਧਾਲੀਵਾਲ, ਚੰਦੂ ਮਾਜਰਾ, ਰਵਨੀਤ ਬਿੱਟੂ ਟਰਾਂਸਪੋਰਟ ਭਵਨ ਪਹੁੰਚੇ। ਪੰਜਾਬ ਦੀਆਂ ਸੜਕਾਂ ਤੇ ਪਿੰਡਾਂ ਦੇ ਵਿਕਾਸ ਬਾਰੇ ਚਰਚਾ ਕੀਤੀ ਗਈ। ਅੱਜ ਜਿਹੜੀ ਕਿ ਇਹ ਗੱਲਬਾਤ ਕੀਤੀ ਗਈ ਹੈ ਨਿਤਿਨ ਗਡਕਰੀ ਦੇ ਨਾਲ, ਸੋ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਭਰੋਸਾ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਜਿਹੜੇ ਤੁਹਾਡੇ ਮਸਲੇ ਨੇ ਉਹਨਾਂ ਨੂੰ ਸੁਣਿਆ ਗਿਆ ਕਿ ਇਹਨਾਂ ਤੇ ਜਲਦ ਕੰਮ ਕੀਤਾ ਜਾਵੇ। ਚਲੋ ਕਿਸੇ ਮੁੱਦੇ ਦੇ ਉੱਤੇ ਸਿਆਸੀ ਆਗੂ ਇਕੱਠੇ ਹੋਏ ਨੇ, ਉਹ ਦਿੱਲੀ ਪਹੁੰਚੇ ਨੇ, ਉਹਨਾਂ ਨੇ ਜਾ ਕੇ ਪੰਜਾਬ ਦਾ ਬੇਸਿਕ ਮੁੱਦਾ ਚੁੱਕਿਆ ਹੈ ਕਿ ਸੜਕਾਂ ਦੀ, ਨਾਲੀਆਂ ਦੀ, ਗਲੀਆਂ ਦੀ ਹਾਲਤ ਬੜੀ ਖਰਾਬ ਹੈ। ਕਿ ਸਮਾਰਟ ਮੀਟਰ ਮੁੜ ਤੋਂ ਲਗਾਉਣ ਦੀ ਜਿਹੜੀ ਕਿ ਗੱਲ ਉਹ ਕੀਤੀ ਜਾ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਸਮਾਰਟ ਮੀਟਰ ਲਗਾਉਣ ਦੀ ਗੱਲ ਕਹੀ ਗਈ ਸੀ ਤਾਂ ਇਸ ਦਾ ਵਿਰੋਧ ਲਗਾਤਾਰ ਕੀਤਾ ਗਿਆ। ਇਲੈਕਟ੍ਰਿਕ ਮੀਟਰ ਹੋਣਗੇ। ਪ੍ਰੀਪੇਡ ਦਾ ਮਤਲਬ ਇਹੀ ਹੁੰਦਾ ਹੈ ਕਿ ਜਿਸ ਤਰ੍ਹਾਂ ਅਸੀਂ ਮੋਬਾਈਲ ਦਾ ਸਿਮ ਲੈਂਦੇ ਆ, ਉਹ ਸਿਮ ਦੇ ਵਿੱਚ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਪੋਸਟਪੇਡ ਸਿਮ ਲਿਆ ਤਾਂ ਤੁਹਾਨੂੰ ਮੰਥਲੀ ਬਿੱਲ ਆਏਗਾ, ਤੁਸੀਂ ਬਿੱਲ ਭਰੋਗੇ। ਪ੍ਰੀਪੇਡ ਸਿਮ ਦੇ ਵਿੱਚ ਜਿੰਨੇ ਤੁਸੀਂ ਪੈਸੇ ਤੁਹਾਡੇ ਕੋਲ ਹੈਗੇ ਨੇ ਉਨੇ ਰੀਚਾਰਜ ਕਰਵਾ ਲਓ, ਜਿੰਨੇ ਕੁ ਦਾ ਪੈਕੇਜ ਹੈਗਾ ਉਹ ਤੁਹਾਨੂੰ ਮਿਲ ਜਾਏਗਾ। ਪੈਸੇ ਖਤਮ ਤਾਂ ਤੁਹਾਡਾ ਰੀਚਾਰਜ ਵੀ ਖਤਮ, ਤਾਂ ਤੁਹਾਡੀ ਗੱਲਬਾਤ ਵੀ ਖਤਮ। ਉਸੇ ਤਰ੍ਹਾਂ ਪ੍ਰੀਪੇਡ ਮੀਟਰ ਜਿਹੜੇ ਚਿੱਪ ਵਾਲੇ ਮੀਟਰ ਕਹੇ ਜਾ ਰਹੇ ਨੇ, ਉਹਨਾਂ ਦੇ ਵਿੱਚ ਜਿਹੜੀ ਮੁੱਢਲੀ ਜਾਣਕਾਰੀ ਇਹ ਹੈ ਕਿ ਜਦੋਂ ਤੱਕ ਜਿੰਨੇ ਦਾ ਤੁਸੀਂ ਬਿਜਲੀ ਦਾ ਰੀਚਾਰਜ ਕਰਵਾਇਆ ਹੋਇਆ, ਮੰਨ ਲਓ ਤੁਸੀਂ 2000 ਰੁਪਇਆ ਭਰਿਆ ਹੋਇਆ, ਜਦੋਂ ਤੱਕ ਤੁਹਾਡੀ 2000 ਦੀ ਬਿਜਲੀ ਚੱਲ ਰਹੀ ਹੈ ਤਾਂ ਤੁਹਾਡਾ ਮੀਟਰ ਚੱਲ ਰਿਹਾ ਹੈ, ਘਰੇ ਤੁਹਾਡੇ ਬਿਜਲੀ ਪੂਰੀ ਸਪਲਾਈ ਆ ਰਹੀ ਹੈ। 2000 ਰੁਪਇਆ ਖਤਮ ਹੋਇਆ ਤਾਂ ਅੱਧੀ ਰਾਤ ਨੂੰ ਵੀ ਤੁਹਾਡੀ ਬਿਜਲੀ ਸਪਲਾਈ ਬੰਦ ਹੋ ਸਕਦੀ ਹੈ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਕਿ ਸਮਾਰਟ ਮੀਟਰ ਲਗਾਉਣੇ ਜਿਹੜੇ ਕਿ ਹੁਣ ਸ਼ੁਰੂ ਕੀਤੇ ਜਾਣਗੇ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਡੈਡਲਾਈਨ ਆ ਉਹ 15 ਸਤੰਬਰ ਤੱਕ ਦਿੱਤੀ ਗਈ ਹੈ ਤੇ ਜਿਹੜੀ ਇਹ ਸਮਾਰਟ ਮੀਟਰ ਲਗਾਉਣ ਦੀ ਸ਼ੁਰੂਆਤ ਕੀਤੀ ਜਾਊਗੀ ਉਹ ਸਰਕਾਰੀ ਦਫ਼ਤਰਾਂ, ਸਰਕਾਰੀ ਕਰਮਚਾਰੀਆਂ ਤੇ ਉਹਨਾਂ ਦੇ ਘਰਾਂ ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਫਿਰ ਜਾ ਕੇ ਲੋਕਾਂ ਦੇ ਘਰਾਂ ਦੇ ਬਾਹਰ ਇਹ ਸਮਾਰਟ ਮੀਟਰ ਲਗਾਏ ਜਾਣਗੇ। ਇਸ ਤੋਂ ਪਹਿਲਾਂ ਕਈ ਵਾਰ ਇਸ ਦਾ ਵਿਰੋਧ ਕੀਤਾ ਜਾ ਚੁੱਕਿਆ। ਇਸ ਮੁੱਦੇ ਤੇ ਵਿੱਚ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਟੋਲ ਪਲਾਜ਼ਿਆਂ ਨੂੰ ਲੈ ਕੇ ਕਿ ਟੋਲ ਪਲਾਜ਼ਿਆਂ ਦੇ ਵਿੱਚ 10 ਜਿਹੜੇ ਕਿ 2024 ਤੱਕ 10 ਹੋਰ ਟੋਲ ਪਲਾਜ਼ੇ ਬੰਦ ਹੋਣਗੇ। ਆਖਰ ਇਹਨਾਂ ਵਿੱਚ ਕਿਹੜੇ ਟੋਲ ਪਲਾਜ਼ੇ ਸ਼ਾਮਲ ਨੇ, ਇਸ ਤੇ ਚਰਚਾ ਕਰਾਂਗੇ। ਨਾਲ ਹੀ ਗੱਲਬਾਤ ਕਰਾਂਗੇ ਕਿ ਬਹੁਤ ਚਰਚਿਤ ਲਵਪ੍ਰੀਤ ਦਾ ਮਾਮਲਾ, ਕਿਉਂਕਿ ਪਰਿਵਾਰ ਦੇ ਵੱਲੋਂ ਲਗਾਤਾਰ ਇਸ ਕੇਸ ਦੇ ਵਿੱਚ ਮੰਗ ਕੀਤੀ ਜਾ ਰਹੀ ਸੀ ਪਰ ਇਨਸਾਫ ਕਿਸੇ ਪਾਸੇ ਵੀ ਮਿਲਦਾ ਨਜ਼ਰ ਨਹੀਂ ਆ ਰਿਹਾ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਲਵਪ੍ਰੀਤ ਦੀ ਜਿਹੜੀ ਸੱਸ ਹੈ ਸੁਖਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ। ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਨਾ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡਾ ਸਟੂਡੀਓ 'ਚ ਮੌਜੂਦ ਨੇ ਮੇਰੇ ਸਹਿਯੋਗੀ ਧਰਮਿੰਦਰ ਸੰਧੂ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਧਰਮਿੰਦਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਰੀਨਾ ਜੀ। ਧਰਮਿੰਦਰ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਕਿ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਕਿ ਟੋਲ ਪਲਾਜ਼ੇ ਨੇ, ਕਿਹਾ ਜਾ ਰਿਹਾ ਕਿ 2024 ਦੇ ਤੱਕ ਜਿਹੜੇ 10 ਹੋਰ ਟੋਲ ਪਲਾਜ਼ੇ ਉਹ ਬੰਦ ਹੋ ਜਾਣਗੇ। ਇਸ ਦੇ ਵਿੱਚ ਆਖਰ ਕਿਹੜੇ ਟੋਲ ਪਲਾਜ਼ੇ ਨੇ ਜਿਹੜੇ ਬੰਦ ਹੋਣਗੇ, ਇਸ ਉੱਤੇ ਗੱਲਬਾਤ ਕਰਦੇ। ਬਿਲਕੁਲ ਰੀਨਾ, ਟੋਲ ਪਲਾਜ਼ੇ ਬੰਦ ਹੋਣ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਲ 2 ਟੋਲ ਪਲਾਜ਼ੇ ਬੰਦ ਕਰਾਉਣ ਦਾ ਫੈਸਲਾ ਕੀਤਾ ਗਿਆ, ਐਲਾਨ ਕੀਤਾ ਗਿਆ ਤੇ ਉੱਥੇ ਇੱਕ ਸਮਾਗਮ ਵੀ ਕੀਤਾ ਗਿਆ। ਮੁੱਖ ਮੰਤਰੀ ਸਾਹਿਬ ਖੁਦ ਪਹੁੰਚੇ ਸੀਗੇ ਸੰਗਰੂਰ ਦੇ ਕੋਲ, ਸੰਗਰੂਰ ਲੁਧਿਆਣਾ ਰੋਡ ਦੇ ਉੱਤੇ ਇੱਕ ਲੱਡਾ ਤੇ ਦੂਸਰਾ ਲਹਿਰਾ ਟੋਲ ਪਲਾਜ਼ਾ ਹੈ ਜਿੱਥੇ ਮਾਨ ਸਾਹਿਬ ਪਹੁੰਚੇ ਸੀ ਕਿਉਂਕਿ ਇਹਨਾਂ ਦੀ ਮਿਆਦ ਪੁੱਗ ਚੁੱਕੀ ਹੈ। ਯਾਨੀ ਕਿ ਜਿੰਨਾ ਸਮਾਂ ਇਹਨਾਂ ਨੂੰ ਦਿੱਤਾ ਗਿਆ ਸੀ ਉਗਰਾਈ ਕਰਨ ਵਾਸਤੇ, ਪੈਸੇ ਇਕੱਠੇ ਕਰਨ ਵਾਸਤੇ, ਟੋਲ ਲੈਣ ਵਾਸਤੇ, ਉਹ ਸਮਾਂ ਹੁਣ ਨਿਕਲ ਚੁੱਕਿਆ ਹੈ ਤੇ ਇਸੇ ਦੇ ਚੱਲਦਿਆਂ ਹੀ ਇਹ ਟੋਲ ਪਲਾਜ਼ੇ ਹੁਣ ਬੰਦ ਕਰਨ ਦਾ ਐਲਾਨ ਕੀਤਾ ਗਿਆ ਤੇ ਕੁਝ ਹੋਰ ਪੰਜਾਬ ਦੇ ਟੋਲ ਪਲਾਜ਼ੇ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬੰਦ ਕੀਤੇ ਜਾ ਸਕਦੇ ਨੇ, ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ।
ਸਤੰਬਰ ਦੇ ਵਿੱਚ 5 ਸਤੰਬਰ 2015 ਦੇ ਵਿੱਚ 2 ਟੋਲ ਪਲਾਜ਼ੇ ਸੀ ਜਿਹੜੇ ਸੰਗਰੂਰ ਦੇ ਕੋਲ ਸੀ, ਜਿਨ੍ਹਾਂ ਨੂੰ ਮਾਨ ਸਾਹਿਬ ਨੇ ਐਲਾਨ ਕਰਤਾ ਹੈ ਕਿ ਅਸੀਂ ਉਹ ਬੰਦ ਕਰ ਦੇਣੇ ਨੇ ਤੇ ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ 50 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਸਾਨੂੰ 20 ਮਹੀਨੇ ਤੱਕ ਟੋਲ ਪਲਾਜ਼ੇ ਹੋਰ ਚਲਾਉਣ ਦੀ ਆਗਿਆ ਦਿੱਤੀ ਜਾਵੇ। ਇਹ ਦੋਵੇਂ ਅਪੀਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਨੇ ਮਾਨ ਸਾਹਿਬ ਵੱਲੋਂ ਤੇ ਇਹ ਕਹਿ ਦਿੱਤਾ ਗਿਆ ਹੈ ਕਿ ਇਹ ਟੋਲ ਪਲਾਜ਼ੇ ਤੁਹਾਡੀ ਸਮਾਂ ਸੀਮਾ ਖਤਮ ਹੋਈ ਹੈ ਤੇ ਅਸੀਂ ਲੋਕ ਹਿੱਤ ਦੇ ਵਿੱਚ ਤੁਹਾਡੇ ਨਾਲ ਕੋਈ ਵੀ ਸਮਝੌਤਾ ਨਹੀਂ ਕਰਾਂਗੇ ਤੇ ਟੋਲ ਪਲਾਜ਼ੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਬੰਦ ਹੋ ਜਾਣਗੇ। ਤੇ ਉਹਨਾਂ ਨੇ ਹਵਾਲਾ ਇਹ ਵੀ ਦਿੱਤਾ ਸੀ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਨੇ ਕਿ ਇਹ ਟੋਲ ਪਲਾਜ਼ੇ ਇਸ ਕਰਕੇ ਬੰਦ ਰਹੇ, ਇੱਕ ਪਾਸੇ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ, ਉਸ ਤੋਂ ਪਹਿਲਾਂ ਕਰੋਨਾ ਮਹਾਮਾਰੀ ਕਰਕੇ ਸੜਕਾਂ ਆਵਾਜਾਈ ਠੱਪ ਸੀ ਤੇ ਇਸੇ ਦੇ ਚੱਲਦਿਆਂ ਇਹ ਟੋਲ ਪਲਾਜ਼ੇ ਬੰਦ ਰਹੇ ਨੇ। ਸਾਡਾ ਕਾਫੀ ਨੁਕਸਾਨ ਹੋਇਆ ਹੈ ਤੇ ਟੋਲ ਪਲਾਜ਼ੇ ਸਾਨੂੰ ਥੋੜਾ ਸਮਾਂ ਹੋਰ ਚਲਾਉਣ ਦਿੱਤੇ ਜਾਣ। ਪਰ ਤੁਸੀਂ ਗੱਲ ਕੀਤੀ ਹੈ ਕਿ 10 ਹੋਰ ਟੋਲ ਪਲਾਜ਼ੇ ਨੇ ਪੰਜਾਬ ਦੇ ਜਿਹੜੇ ਸਮਾਂ ਜਿਨ੍ਹਾਂ ਦਾ ਖਤਮ ਹੋਣ ਵਾਲਾ ਹੈ, ਜਿਹਦੇ ਵਿੱਚ ਪਟਿਆਲਾ ਸਮਾਣਾ ਪਾਤੜਾਂ ਦਾ ਟੋਲ ਪਲਾਜ਼ਾ ਪੈਂਦਾ ਹੈ। ਜਿਹੜਾ ਪਟਿਆਲਾ ਤੋਂ ਜਦੋਂ ਅਸੀਂ ਸਮਾਣਾ ਨੂੰ ਜਾਂਦੇ ਹਾਂ, ਪਾਤੜਾਂ ਨੂੰ ਜਾਂਦੇ ਹਾਂ, ਅੱਗੇ ਖਨੌਰੀ ਤੱਕ ਜਾਂਦੇ ਹਾਂ ਤਾਂ ਟੋਲ ਪਲਾਜ਼ਾ ਆਉਂਦਾ ਹੈ, ਉਹਦੀ ਮਿਆਦ 23/10/2022 ਨੂੰ ਖਤਮ ਹੋ ਜਾਵੇਗੀ। ਤੇ ਉਸ ਤੋਂ ਇਲਾਵਾ ਹੁਸ਼ਿਆਰਪੁਰ ਟਾਂਡਾ ਰੋਡ ਦੇ ਉੱਤੇ ਇੱਕ ਜਿਹੜਾ ਟੋਲ ਪਲਾਜ਼ਾ ਪੈਂਦਾ ਹੈ, ਉਹ ਟੋਲ ਪਲਾਜ਼ਾ ਵੀ ਸਮਾਪਤੀ ਵੱਲ ਵਧ ਰਿਹਾ ਹੈ ਤੇ ਉਹਦੀ ਵੀ 14/12/2022 ਤੱਕ ਦੀ ਹੀ ਮਿਆਦ ਬਾਕੀ ਹੈ। ਇਸ ਤੋਂ ਇਲਾਵਾ ਮਖੂ ਹਾਈ ਲੈਵਲ ਪੁਲ ਦੇ ਉੱਤੇ 31/12/22 ਤੱਕ ਟੋਲ ਪਲਾਜ਼ਾ ਰਹੇਗਾ ਤੇ ਨਾਲ ਹੀ ਬਲਾਚੌਰ ਗੜਸ਼ੰਕਰ ਹੁਸ਼ਿਆਰਪੁਰ ਦਸੂਹਾ 14/2/2023 ਤੱਕ ਇਹ ਟੋਲ ਪਲਾਜ਼ਾ ਹੈ। ਮੋਗਾ ਕੋਟਕਪੂਰਾ ਵੀ 24/3/2023 ਤੱਕ ਟੋਲ ਪਲਾਜ਼ਾ ਹੈ ਤੇ ਇਸ ਤੋਂ ਇਲਾਵਾ ਕੀਰਤਪੁਰ ਸਾਹਿਬ ਨੰਗਲ ਤੇ ਊਨਾ ਇਹ 9/4/2023 ਤੱਕ ਹੀ ਟੋਲ ਪਲਾਜ਼ਾ ਰਹੇਗਾ। ਟੋਲ ਇੱਥੇ ਕੱਟਿਆ ਜਾਵੇਗਾ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਇਹ ਜਗ੍ਹਾ ਖਾਲੀ ਕਰਨੀ ਪਵੇਗੀ ਕਿਉਂਕਿ ਇਹਨਾਂ ਦਾ ਸਮਾਂ ਪੂਰਾ ਹੋ ਜਾਵੇਗਾ। ਹੋਰ ਵੀ ਕਈ ਟੋਲ ਪਲਾਜ਼ੇ ਨੇ ਜਿਹਦੇ ਵਿੱਚੋਂ ਫਿਰੋਜ਼ਪੁਰ ਫਾਜ਼ਿਲਕਾ ਟੋਲ ਪਲਾਜ਼ਾ ਵੀ ਹੈ, ਭਵਾਨੀਗੜ੍ਹ ਨਾਭਾ ਗੋਬਿੰਦਗੜ੍ਹ ਟੋਲ ਪਲਾਜ਼ਾ ਵੀ ਹੈ ਤੇ ਇਸ ਤੋਂ ਇਲਾਵਾ ਪਟਿਆਲਾ ਮਲੇਰਕੋਟਲਾ ਟੋਲ ਪਲਾਜ਼ਾ ਹੈ। ਇਹਨਾਂ ਦੀ ਮਿਆਦ ਵੀ 2024 ਤੱਕ ਖਤਮ ਹੋ ਜਾਵੇਗੀ, ਜਿਸ ਤੋਂ ਬਾਅਦ ਕੰਪਨੀ ਨੂੰ ਇੱਥੋਂ ਆਪਣੇ ਟੋਲ ਬੈਰੀਅਰ ਚੁੱਕਣੇ ਪੈਣਗੇ ਤੇ ਲੋਕਾਂ ਨੂੰ ਰਾਹਤ ਮਿਲ ਜੇਗੀ। ਟੋਲ ਕਾਫੀ ਨੇ। ਬੀਤੇ ਦਿਨੀ ਲਾਡੋ ਵਾਲੀ ਟੋਲ ਪਲਾਜ਼ਾ ਦਾ ਰੇਟ ਵੀ ਵਧਾ ਦਿੱਤਾ ਗਿਆ। ਜਿਹੜਾ ਟੋਲ ਜੀਪ ਦਾ, ਕਾਰ ਦਾ, 4 ਵੀਲਰ ਦਾ ਲੱਗਦਾ ਸੀ 135 ਰੁਪਏ ਇੱਕ ਪਾਸੇ ਦਾ, ਉਹ ਵਧਾ ਕੇ 150 ਰੁਪਇਆ ਰਾਊਂਡ ਫਿਗਰ ਕਰ ਦਿੱਤੀ ਗਈ। 8% ਤੱਕ ਦਾ ਵਾਧਾ ਕੀਤਾ ਗਿਆ ਤੇ ਇਸੇ ਦੇ ਚੱਲਦਿਆਂ ਹੁਣ ਟੋਲ ਪਲਾਜ਼ੇ ਹੋਰ ਵੀ ਨੇ ਜਿਨ੍ਹਾਂ ਦੇ ਰੇਟ ਵੱਧ ਚੁੱਕੇ ਨੇ ਤੇ ਵਿੱਚ ਨੂੰ ਖਬਰਾਂ ਇਹ ਵੀ ਨੇ ਕਿ ਜਿਹੜਾ ਟੋਲ ਹੈ ਉਹ ਲੈਂਡ ਦਾ ਸਿਸਟਮ ਹੀ ਬਦਲ ਜਾਵੇਗਾ। ਜੇਕਰ ਤੁਸੀਂ ਕਿਸੇ ਟੋਲ ਪਲਾਜ਼ਾ ਤੋਂ ਲੰਘੋਗੇ ਉੱਥੇ ਤੁਹਾਨੂੰ ਬੈਰੀਅਰ ਲੱਗੇ ਦਿਸਣਗੇ ਪਰ ਉੱਥੇ ਕੋਈ ਵੀ ਕਰਮਚਾਰੀ ਨਹੀਂ ਹੋਵੇਗਾ। ਤੁਹਾਡੀ ਜਿਹੜੀ ਹਾਈ ਸਿਕਿਉਰਿਟੀ ਨੰਬਰ ਪਲੇਟ ਆ ਉਹ ਤੋਂ ਹੀ ਟੋਲ ਉਗਰਾ ਲਿਆ ਜਾਵੇਗਾ ਜਾਂ ਫਿਰ ਜਿਹੜਾ ਤੁਹਾਡਾ ਫਾਸਟੈਗ ਲੱਗਦਾ ਉਹ ਤੋਂ ਟੋਲ ਕੱਟ ਲਿਆ ਜਾਵੇਗਾ। ਜੇਕਰ ਅਜਿਹੀਆਂ ਦੋਵੇਂ ਸ਼ਰਤਾਂ ਤੁਸੀਂ ਪੂਰੀਆਂ ਨਹੀਂ ਕਰਦੇ ਤਾਂ ਤੁਹਾਨੂੰ ਘਰੇ ਬੈਠੇ ਹੀ ਫਾਈਨ ਆ ਜਾਏਗਾ। ਤੁਹਾਡੇ ਘਰ ਦੇ ਵਿੱਚ ਸਿੱਧਾ ਮੋਬਾਈਲ ਰਾਹੀਂ ਆਨਲਾਈਨ ਤੁਹਾਨੂੰ ਸੰਮਣ ਵੀ ਆ ਸਕਦੇ ਨੇ ਕਿ ਤੁਸੀਂ ਇਹ ਕਾਨੂੰਨ ਤੋੜਿਆ ਹੈ। ਸੋ ਟੋਲ ਪਲਾਜ਼ਾ ਲੋਕਾਂ ਲਈ ਜੀ ਦਾ ਜੰਜਾਲ ਵੀ ਬਣੇ ਹੋਏ ਨੇ। ਟੋਲ ਪਲਾਜ਼ਾ ਨੂੰ ਲੈ ਕੇ ਮਾਨ ਸਾਹਿਬ ਨੇ ਵੀ ਜਿਹੜਾ ਵੱਡਾ ਫੈਸਲਾ ਕੀਤਾ ਹੈ ਤੇ ਇਸੇ ਦੇ ਚੱਲਦਿਆਂ ਦਲਬੀਰ ਸਿੰਘ ਗੋਲਡੀ ਧੂਰੀ ਤੋਂ ਸਾਬਕਾ ਵਿਧਾਇਕ ਨੇ ਕਾਂਗਰਸ ਦੇ, ਉਹਨਾਂ ਨੇ ਵੀ ਇੱਕ ਟੋਲ ਪਲਾਜ਼ਾ ਦੇ ਪੈਰਲਲ ਇੱਕ ਸੜਕ ਦਾ ਨਿਰਮਾਣ ਕਰਵਾਇਆ ਸੀ ਤਾਂ ਜੋ ਲੋਕਾਂ ਨੂੰ ਸਹੂਲਤ ਮਿਲੇ। ਤਾਂ ਟੋਲ ਪਲਾਜ਼ਾ ਨੇ ਉਹਨਾਂ ਦੇ ਉੱਤੇ ਵੀ ਕੇਸ ਕਰ ਦਿੱਤਾ ਸੀ ਜਿਹਦੀ ਅਜੇ ਤੱਕ ਉਹ ਪੇਸ਼ੀਆਂ ਭੁਗਤ ਰਹੇ ਨੇ ਤੇ ਉਹਨਾਂ ਤੋਂ ਹਰਜਾਨਾ ਵੀ ਮੰਗਿਆ ਗਿਆ ਤੇ ਉਹਨਾਂ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਕਿਹਾ ਹੈ ਕਿ ਮਾਨ ਸਰਕਾਰ ਕ੍ਰੈਡਿਟ ਲੈ ਰਹੀ ਹੈ ਟੋਲ ਪਲਾਜ਼ੇ ਬੰਦ ਕਰਵਾਉਣ ਦਾ, ਜਦਕਿ ਕਾਗਜ਼ੀ ਤੌਰ ਦੇ ਉੱਤੇ ਇਹਨਾਂ ਦੀ ਵੈਸੇ ਹੀ ਮਿਆਦ ਖਤਮ ਹੋ ਚੁੱਕੀ ਹੈ। ਤੇ ਜਦੋਂ ਮੈਂ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਆਇਆ ਸੀ ਤਾਂ ਉਦੋਂ ਮਾਨ ਸਾਹਿਬ 2 ਵਾਰ ਦੇ ਐਮਪੀ ਸੀ ਸੰਗਰੂਰ ਤੋਂ, ਪਰ ਉਹਨਾਂ ਨੇ ਕੋਈ ਵੀ ਅਜਿਹਾ ਫੈਸਲਾ ਨਹੀਂ ਲਿਆ ਜਾਂ ਆ ਕੇ ਆਵਾਜ਼ ਬੁਲੰਦ ਨਹੀਂ ਕੀਤੀ ਤੇ ਹੁਣ ਸਿਰਫ ਡਰਾਮੇਬਾਜ਼ੀਆਂ ਚੱਲ ਰਹੀਆਂ ਨੇ। ਰਾਜਾ ਵੜਿੰਗ ਵੀ ਇਹੀ ਕਹਿੰਦੇ ਨੇ ਕਿ ਇਹਦੇ ਉੱਤੇ ਸਿਆਸਤ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ। ਜੀ ਗੱਲ ਕਰਾਂਗੇ ਸੜਕਾਂ ਤੇ ਗਲੀਆਂ ਦੇ ਵਿਕਾਸ ਨੂੰ ਲੈ ਕੇ ਕਿ ਇਸ ਤੋਂ ਪਹਿਲਾਂ ਵੀ ਹਮੇਸ਼ਾ ਗੱਲ ਕਹੀ ਜਾਂਦੀ ਸੀ ਕਿ ਜਿਹੜਾ ਵਿਕਾਸ ਆ ਉਹ ਸਿਰਫ ਗਲੀਆਂ ਤੇ ਨਾਲੀਆਂ ਤੇ ਰੁਕਿਆ ਹੈ, ਪਰ ਹੁਣ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਹੈ ਜਿਸ ਦੇ ਚੱਲਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਲ ਮੀਟਿੰਗ ਲਈ ਪਹੁੰਚੇ। ਕੈਬਨਿਟ ਮੰਤਰੀ ਧਾਲੀਵਾਲ ਚੰਦੂ ਮਾਜਰਾ ਰਵਨੀਤ ਬਿੱਟੂ ਟਰਾਂਸਪੋਰਟ ਭਵਨ ਪਹੁੰਚੇ। ਪੰਜਾਬ ਦੀਆਂ ਸੜਕਾਂ ਤੇ ਪਿੰਡਾਂ ਦੇ ਵਿਕਾਸ ਬਾਰੇ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਜੇਕਰ ਗੁਰਜੀਤ ਔਜਲਾ ਦੀ ਗੱਲ ਕੀਤੀ ਗਈ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੀਟਿੰਗ ਹੋਈ ਹੈ, ਮੀਟਿੰਗ ਦੇ ਵਿੱਚ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ। ਔਜਲਾ ਨੇ ਕਿਹਾ ਕਿ
ਅੰਮ੍ਰਿਤਸਰ ਦੇ ਵਿੱਚ ਪੈਂਡਿੰਗ ਪਏ ਪ੍ਰੋਜੈਕਟਾਂ ਤੇ ਗੱਲਬਾਤ ਹੋਈ ਹੈ। ਜਿਹੜੇ ਪ੍ਰੋਜੈਕਟ ਨੇ ਉਹ ਪੈਂਡਿੰਗ ਪਏ ਨੇ ਤਾਂ ਕਿ ਉਹਨਾਂ ਨੂੰ ਸਮੇਂ ਸਿਰ ਨਿਪਟਾਇਆ ਜਾਵੇ। ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਪੀਲਰਾਂ ਤੇ ਪੁਲ ਬਣਾਉਣ ਦਾ ਕੰਮ ਵੀ ਬਾਕੀ ਆ, ਉਹਨੂੰ ਵੀ ਮੁਕੰਮਲ ਕੀਤਾ ਜਾਣਾ ਚਾਹੀਦਾ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਲੋਹਾਰਕਾ ਰੋਡ, ਡਬੁਰਜੀ ਰੋਡ ਅਤੇ ਅਲਫਾ ਸਿਟੀ ਦੇ ਨੇੜੇ ਪੁਲਾਂ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ। ਇਸ ਤੋਂ ਇਲਾਵਾ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਲਫਾ ਤੱਕ ਐਲੀਵੇਟਰ ਰੋਡ ਦਾ ਕੰਮ ਅਤੇ ਨਾਲ ਹੀ ਅੰਮ੍ਰਿਤਸਰ ਤੋਂ ਰਾਮਦਾਸ ਤੱਕ 16 ਕਿਲੋਮੀਟਰ ਲੰਬੀ ਰੋਡ ਨੂੰ 4 ਲੈਨ ਕੀਤਾ ਜਾਣਾ ਚਾਹੀਦਾ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਪਹੁੰਚੇ ਸਨ ਉਹਨਾਂ ਦਾ ਵੀ ਕਹਿਣਾ ਕਿ ਜਿਹੜੀਆਂ ਪੰਜਾਬ ਦੀਆਂ ਸੜਕਾਂ ਨੇ ਉਹਨਾਂ ਦੀ ਹਾਲਤ ਕਾਫੀ ਮਾੜੀ ਹੋ ਚੁੱਕੀ ਹੈ ਤੇ ਉਸ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ। ਗਲੀਆਂ ਦੀ ਗੱਲ ਕੀਤੀ ਗਈ ਹੈ ਤਾਂ ਕਿ ਵਿਕਾਸ ਕਾਰਜ ਕੀਤੇ ਜਾਣ, ਕਿਉਂਕਿ ਹੁਣ ਤੱਕ ਦੇਖਿਆ ਜਾਂਦਾ ਸੀ ਕਿ ਜਿਹੜਾ ਕਿ ਸਾਡਾ ਵਿਕਾਸ ਆ ਉਹ ਪੰਜਾਬ ਦੀਆਂ ਗਲੀਆਂ ਤੇ ਨਾਲੀਆਂ ਤੇ ਰੁਕਿਆ ਹੋਇਆ ਸੀ। ਪਰ ਜੇਕਰ ਅਸੀਂ ਸੜਕਾਂ ਦੀ ਗੱਲ ਕੀਤੀ ਜਾਵੇ, ਜੇਕਰ ਸੜਕਾਂ ਦੇ ਵਿੱਚ ਟੋਏ ਹੋਣਗੇ ਜਾਂ ਸੜਕਾਂ ਦੀ ਹਾਲਤ ਖਸਤਾ ਹੋਵੇਗੀ, ਇਹ ਵੀ ਹਾਦਸੇ ਦਾ ਕਾਰਨ ਬਣਦੇ ਨੇ, ਜਿਸ ਨੂੰ ਲੈ ਕੇ ਅੱਜ ਜਿਹੜੀ ਕਿ ਇਹ ਗੱਲਬਾਤ ਕੀਤੀ ਗਈ ਹੈ ਨਿਤਿਨ ਗਡਕਰੀ ਦੇ ਨਾਲ। ਸੋ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਭਰੋਸਾ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਜਿਹੜੇ ਤੁਹਾਡੇ ਮਸਲੇ ਨੇ ਉਹਨਾਂ ਨੂੰ ਸੁਣਿਆ ਗਿਆ ਕਿ ਇਹਨਾਂ ਤੇ ਜਲਦ ਕੰਮ ਕੀਤਾ ਜਾਵੇਗਾ। ਜੀ ਧਰਮਿੰਦਰ ਜੀ। ਬਿਲਕੁਲ ਰੀਨਾ ਜੀ, ਕਈ ਵਾਰ ਤਾਂ ਸੜਕ ਦੇ ਉੱਤੇ ਏਡੇ ਏਡੇ ਡੂੰਘੇ ਟੋਏ ਹੁੰਦੇ ਨੇ ਕਿ ਅਣਜਾਣ ਵਹੀਕਲ ਚਾਲਕ ਉਹਦੇ ਵਿੱਚ ਇਹੋ ਜਿਹਾ ਉਲਝਦੇ ਨੇ ਕਿ ਉਹਨਾਂ ਨੂੰ ਜਾਨ ਵੀ ਆਪਣੀ ਗਵਾਉਣੀ ਪੈ ਸਕਦੀ ਹੈ। ਚਲੋ ਕਿਸੇ ਮੁੱਦੇ ਦੇ ਉੱਤੇ ਸਿਆਸੀ ਆਗੂ ਇਕੱਠੇ ਹੋਏ ਨੇ, ਉਹ ਦਿੱਲੀ ਪਹੁੰਚੇ ਨੇ, ਉਹਨਾਂ ਨੇ ਜਾ ਕੇ ਪੰਜਾਬ ਦਾ ਬੇਸਿਕ ਮੁੱਦਾ ਚੁੱਕਿਆ ਹੈ ਕਿ ਸੜਕਾਂ ਦੀ, ਨਾਲੀਆਂ ਦੀ, ਗਲੀਆਂ ਦੀ ਹਾਲਤ ਬੜੀ ਖਰਾਬ ਹੈ ਤੇ ਗੱਲ ਕੀਤੀ ਹੈ ਜਿਹੜੀ ਤੁਸੀਂ ਪਿੱਲਰਾਂ ਤੇ ਪੁਲਾਂ ਦੀ। ਪਿੱਲਰਾਂ ਦੇ ਉੱਤੇ ਪੁਲ ਬਣਨੇ ਚਾਹੀਦੇ ਨੇ ਜਿਹਦੇ ਨਾਲ ਇੱਕ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇਗੀ। ਰੇਤ ਦੇ ਨਾਲ, ਮਿੱਟੀ ਦੇ ਨਾਲ ਜਿਹੜੇ ਪੁਲ ਬਣਾਏ ਜਾਂਦੇ ਨੇ ਉਹ ਆਵਾਜਾਈ ਦੇ ਵਿੱਚ ਵਿਘਨ ਪੈਦਾ ਕਰਦੇ ਨੇ। ਪਟਿਆਲਾ ਦੇ ਵਿੱਚ ਕਈ ਅਜਿਹੇ ਪੁਲ ਬਣਾਏ ਗਏ, ਸੰਗਰੂਰ ਬਾਈਪਾਸ ਬਣਾਇਆ ਗਿਆ ਤਾਂ ਉਹ ਪਿੱਲਰਾਂ ਤੇ ਨਹੀਂ ਬਣਾਇਆ ਗਿਆ, ਜਿਸ ਦੇ ਚੱਲਦਿਆਂ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਕਈ ਅਜਿਹੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਪੁਲ ਬਣਾਏ ਗਏ। ਨਵਾਂ ਸ਼ਹਿਰ ਦੇ ਵਿੱਚ ਪੁਲ ਬਣਾਇਆ ਗਿਆ ਤਾਂ ਉਹ ਪਿੱਲਰਾਂ ਦੇ ਉੱਤੇ ਬਣਾਇਆ ਗਿਆ। ਜਿਹੜਾ ਬੰਗਾ ਤੋਂ ਨਵਾਂ ਸ਼ਹਿਰ ਤੱਕ ਜਾਂਦਾ ਉਹ ਪੁਲ ਕਾਫੀ ਪ੍ਰਸਿੱਧ ਵੀ ਹੈ, ਲੰਮਾ ਵੀ ਪੁਲ ਆ ਤੇ ਉਹ ਪੂਰੀ ਤਰ੍ਹਾਂ ਦੇ ਨਾਲ ਆਵਾਜਾਈ ਦੇ ਵਿੱਚ ਕੋਈ ਵਿਘਨ ਨਹੀਂ ਪੈਂਦਾ। ਲੁਧਿਆਣਾ ਦੇ ਵਿੱਚ ਜਦੋਂ ਤੁਸੀਂ ਨਹਿਰ ਪਾਰ ਕਰ ਜਾਂਦੇ ਹੋ ਫਿਰੋਜ਼ਪੁਰ ਰੋਡ ਦੇ ਉੱਤੇ ਤਾਂ ਉੱਥੇ ਵੀ ਜਿਹੜਾ ਪੁਲ ਬਣਾਇਆ ਗਿਆ ਉਹ ਵੀ ਪੁਲ ਪੂਰੀ ਤਰ੍ਹਾਂ ਦੇ ਨਾਲ ਪਿੱਲਰਾਂ ਤੇ ਬਣਾਇਆ ਗਿਆ ਹੈ। ਬਿਲਕੁਲ ਥੱਲੇ ਵੀ ਆਵਾਜਾਈ ਉਸੇ ਤਰ੍ਹਾਂ ਚੱਲਦੀ ਹੈ ਤੇ ਉੱਪਰ ਵੀ ਆਵਾਜਾਈ ਨਿਰਵਿਘਨ ਚੱਲਦੀ ਰਹਿੰਦੀ ਹੈ। ਸੜਕਾਂ ਦਾ ਬੁਰਾ ਹਾਲ ਹੈ, ਫੰਡ ਆਉਂਦੇ ਨੇ ਪਰ ਲੱਗਦੇ ਨਹੀਂ। ਸੜਕਾਂ ਦੇ ਉੱਤੇ ਪੈਚ ਵਰਕ ਕਰ ਦਿੱਤਾ ਜਾਂਦਾ ਹੈ, ਸੜਕਾਂ ਦੀ ਹਾਲਤ ਉਹੀ ਰਹਿੰਦੀ ਹੈ। ਅੱਜ ਸੜਕ ਬਣਦੀ ਹੈ ਤੇ ਕੱਲ੍ਹ ਨੂੰ ਟੁੱਟਣੀ ਸ਼ੁਰੂ ਹੋ ਜਾਂਦੀ ਹੈ। ਬੀਤੇ ਦਿਨੀ ਦਰਸ਼ਕਾਂ ਨੇ ਵੀ ਦੇਖੀ ਹੋਵੇਗੀ ਇੱਕ ਵੀਡੀਓ ਜਿਹਦੇ ਵਿੱਚ ਪੈਂਦੇ ਮੀਂਹ ਦੇ ਵਿੱਚ ਪੂਰਾ ਮੂਸਲੇਧਾਰ ਮੀਂਹ ਪੈ ਰਿਹਾ ਤੇ ਉਹਦੇ ਵਿੱਚ ਸੜਕ ਦਾ ਨਿਰਮਾਣ ਹੋ ਰਿਹਾ, ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਠੇਕੇਦਾਰ ਤੇ ਉਸ ਅਫਸਰ ਦੇ ਉੱਤੇ ਕਿ ਮੌਸਮ ਵੀ ਨਹੀਂ ਦੇਖਦੇ ਸਾਡੇ ਅਫਸਰ ਤੇ ਠੇਕੇਦਾਰ ਕਿ ਜਿਸ ਮੌਸਮ ਦੇ ਵਿੱਚ ਜਿਹੜਾ ਕੰਮ ਹੋਣਾ ਹੈ ਉਹ ਨਹੀਂ ਹੋਣਾ ਚਾਹੀਦਾ। ਉਹ ਮੌਸਮ ਮੀਂਹ ਪੈ ਰਿਹਾ ਹੈ, ਚਿੱਕੜ ਦੇ ਵਿੱਚ ਸੜਕ ਬਣਾ ਰਹੇ ਨੇ, ਪਾਣੀ ਦੇ ਵਿੱਚ ਸੜਕ ਬਣਾ ਰਹੇ ਨੇ ਤਾਂ ਕਿੰਨਾ ਦੇਰ ਉਹ ਸੜਕ ਬਣੇਗੀ। ਤੇ ਨਾਲ ਹੀ ਇਹਨਾਂ ਨੂੰ ਇਹ ਵੀ ਮੁੱਦਾ ਚੁੱਕ ਦੇਣਾ ਚਾਹੀਦਾ ਸੀ ਜੀ ਜਿਹੜੇ ਸੜਕਾਂ ਦੇ ਉੱਤੇ ਅਵਾਰਾ ਪਸ਼ੂ ਘੁੰਮ ਰਹੇ ਨੇ, ਜਿਹੜੇ ਰੋਜ਼ਾਨਾ ਹਾਦਸਿਆਂ ਨੂੰ ਦਾਵਤ ਦਿੰਦੇ ਨੇ, ਲੋਕ ਟਕਰਾਉਂਦੇ ਨੇ, ਨੁਕਸਾਨ ਹੁੰਦਾ ਹੈ, ਪਸ਼ੂ ਦੀ ਜਾਨ ਵੀ ਜਾਂਦੀ ਹੈ ਤੇ ਨਾਲ ਹੀ ਵਹੀਕਲ ਚਾਲਕ ਦੀ ਜਾਨ ਵੀ ਚਲੀ ਜਾਂਦੀ ਹੈ। ਇੱਕ ਰੰਗ ਇਹੋ ਜਿਹੇ ਹੁੰਦੇ ਨੇ ਪਸ਼ੂਆਂ ਦੇ ਜਿਹੜੇ ਲਾਈਟਾਂ ਦੇ ਵਿੱਚ ਵੀ ਨਜ਼ਰ ਨਹੀਂ ਆਉਂਦੇ। ਕੁਝ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ, NGOs ਹੁੰਦੇ ਨੇ, ਉਹਨਾਂ ਨੇ ਇਹਨਾਂ ਅਵਾਰਾ ਪਸ਼ੂਆਂ ਦੇ ਗਲਾਂ ਦੇ ਵਿੱਚ ਰਿਫਲੈਕਟਰ ਪਾਏ ਸੀ, ਸਿੰਗਾਂ ਦੇ ਉੱਤੇ ਵੀ ਅਜਿਹੀ ਟੇਪ ਲਾਈ ਸੀ ਜਿਹੜੀ ਦੂਰੋਂ ਚਮਕਦੀ ਸੀ, ਪਰ ਇਹਨਾਂ ਦਾ ਕੋਈ ਵੀ ਹੱਲ ਨਹੀਂ ਹੋਇਆ। ਸਰਕਾਰਾਂ ਇਹਦੇ ਵੱਲ ਕੋਈ ਧਿਆਨ ਨਹੀਂ ਦਿੰਦੀਆਂ। ਗਊਸ਼ਾਲਾਵਾਂ ਦੇ ਵਿੱਚ ਇਹਨਾਂ ਅਵਾਰਾ ਪਸ਼ੂਆਂ ਨੂੰ ਨਹੀਂ ਰੱਖਿਆ ਜਾਂਦਾ। ਗਊਸ਼ਾਲਾਵਾਂ ਦੇ ਵਿੱਚ ਵੀ ਉਹੀ ਪਸ਼ੂ ਰੱਖੇ ਜਾਂਦੇ ਨੇ ਜਿਹੜੇ ਉਹਨਾਂ ਦਾ ਫਾਇਦਾ ਕਰਦੇ ਨੇ। ਜਿਹੜੀਆਂ ਗਾਵਾਂ ਦੁੱਧ ਦਿੰਦੀਆਂ ਨੇ ਉਹੀ ਰੱਖਦੇ ਨੇ, ਬਾਕੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਸੋ ਇਹ ਵੀ ਮਸਲਾ ਗਡਕਰੀ ਸਾਹਿਬ ਦੇ ਕੋਲ ਚੁੱਕਣ ਵਾਲਾ ਹੈ ਕਿ ਇਹਨਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ। ਜਿਹੜੇ ਹਾਈਵੇ ਦੇ ਉੱਤੇ ਵੱਡੇ ਹਾਦਸੇ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ। ਬੈਰੀਕੇਡ ਲਗਾਏ ਜਾਂਦੇ ਨੇ, ਬੈਰੀਕੇਡਸ ਦੀ ਹਾਲਤ ਇੰਨੀ ਰੀਨਾ ਜੀ ਪਤਲੀ ਹੁੰਦੀ ਹੈ ਕਿ ਨਾ ਤਾਂ ਉਹਦੇ ਉੱਤੇ ਕੋਈ ਪੇਂਟ ਹੁੰਦਾ ਹੈ, ਜੰਗਾਲ ਦੇ ਖਾਦੇ ਹੋਏ ਬੈਰੀਕੇਡ ਹੁੰਦੇ ਨੇ। ਕਈ ਵਾਰ ਰਾਤ ਨੂੰ ਹਾਦਸੇ ਅਜੇ ਹੁੰਦੇ ਨੇ ਕਿ ਬੈਰੀਕੇਡ ਵਾਹਨ ਚਾਲਕ ਨੂੰ ਦਿਖਾਈ ਨਹੀਂ ਦਿੰਦੇ। ਬਿਲਕੁਲ ਜੀ, ਸਿੱਧਾ ਜਾ ਕੇ ਵਾਹਨ ਚਾਲਕ ਉਹਨਾਂ ਬੈਰੀਕੇਡਸ ਦੇ ਵਿੱਚ ਟਕਰਾ ਜਾਂਦਾ ਹੈ ਤੇ ਹਾਦਸੇ ਹੋ ਜਾਂਦੇ ਨੇ। ਇਸ ਕਰਕੇ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਜਿੰਨੇ ਵੀ ਸਾਡੇ ਮੰਤਰੀ ਸਾਹਿਬਾਨ ਉੱਥੇ ਪਹੁੰਚੇ ਨੇ, ਸੰਸਦ ਮੈਂਬਰ ਪਹੁੰਚੇ ਨੇ, ਉਹਨਾਂ ਦਾ ਬੜਾ ਧੰਨਵਾਦ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਉਹਨਾਂ ਨੇ ਗੱਲ ਕੀਤੀ ਹੈ, ਖਾਸ ਕਰ ਸੜਕੀ ਮਾਰਗ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਹੈ। ਪਰ ਇਹਦੇ ਨਾਲ ਹੋਰ ਮੁੱਦੇ ਵੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਜੇਕਰ ਕੇਂਦਰ ਵੱਲੋਂ ਕੋਈ ਆਦੇਸ਼ ਨਿਰਦੇਸ਼ ਆਉਂਦੇ ਨੇ ਸੜਕਾਂ ਆਵਾਜਾਈ ਨੂੰ ਲੈ ਕੇ ਤਾਂ ਉਹ ਵੀ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਇੰਪਲੀਮੈਂਟ ਪੰਜਾਬ ਦੇ ਵਿੱਚ ਵੀ ਉਹ ਹੋਣੀ ਚਾਹੀਦੀ ਹੈ।
ਜੀ ਗੱਲ ਕਰਾਂਗੇ ਅਸੀਂ ਬਿਜਲੀ ਨੂੰ ਲੈ ਕੇ ਕਿ ਸਮਾਰਟ ਮੀਟਰ ਮੁੜ ਤੋਂ ਲਗਾਉਣ ਦੀ ਜਿਹੜੀ ਕਿ ਗੱਲ ਉਹ ਕੀਤੀ ਜਾ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਸਮਾਰਟ ਮੀਟਰ ਲਗਾਉਣ ਦੀ ਗੱਲ ਕਹੀ ਗਈ ਸੀ ਤਾਂ ਇਸ ਦਾ ਵਿਰੋਧ ਲਗਾਤਾਰ ਕੀਤਾ ਗਿਆ, ਕਿਉਂਕਿ ਇੱਕ ਪਾਸੇ ਤਾਂ ਪਹਿਲਾਂ ਹੀ ਕਿਸਾਨਾਂ ਦੇ ਧਰਨੇ ਚੱਲ ਰਹੇ ਸੀ ਤੇ ਦੂਸਰੇ ਪਾਸੇ ਜਦੋਂ ਸਮਾਰਟ ਮੀਟਰ ਲਗਾਉਣ ਦੀ ਗੱਲ ਕਹੀ ਤਾਂ ਇਸ ਦਾ ਵਿਰੋਧ ਲਗਾਤਾਰ ਕੀਤਾ ਗਿਆ। ਜੇਕਰ ਕਿਤੇ ਸਮਾਰਟ ਮੀਟਰ ਲਗਾਉਣ ਦੀ ਗੱਲ ਕਹੀ ਵੀ ਜਾਂਦੀ ਸੀ ਜਾਂ ਫਿਰ ਅਧਿਕਾਰੀ ਵਿਭਾਗ ਦੇ ਪਹੁੰਚਦੇ ਸਨ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਸੀ ਜਾਂ ਫਿਰ ਉਹਨਾਂ ਨੂੰ ਬੰਦੀ ਬਣਾ ਲਿਆ ਜਾਂਦਾ ਸੀ, ਉਸ ਨੂੰ ਉਹਨਾਂ ਹੀ ਪੈਰੀ ਜਿਹੜਾ ਕਿ ਮੋੜਿਆ ਜਾਂਦਾ ਸੀ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕਿਸੇ ਵੀ ਕੀਮਤ ਤੇ ਸਮਾਰਟ ਮੀਟਰ ਉਹ ਲੱਗਣ ਨਹੀਂ ਦੇਵਾਂਗੇ। ਪਰ ਇੱਕ ਵਾਰ ਫਿਰ ਤੋਂ ਸਮਾਰਟ ਮੀਟਰ ਲੱਗਣ ਦੀ ਗੱਲ ਸ਼ੁਰੂ ਹੋ ਚੁੱਕੀ ਹੈ। ਕਿਹਾ ਜਾ ਰਿਹਾ ਕਿ ਜਿਹੜੇ ਸਮਾਰਟ ਮੀਟਰ ਨੇ ਇਹਨਾਂ ਦੀ ਸ਼ੁਰੂਆਤ ਜਿਵੇਂ ਪਹਿਲਾਂ ਲੋਕਾਂ ਦੇ ਘਰਾਂ ਤੋਂ ਕੀਤੀ ਜਾ ਰਹੀ ਸੀ, ਪਰ ਹੁਣ ਇਹਨਾਂ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਜਾਊਗੀ ਜਿਹੜੇ ਕਿ ਸਰਕਾਰੀ ਮੁਲਾਜ਼ਮ ਨੇ, ਸਰਕਾਰੀ ਅਫਸਰ ਨੇ ਜਾਂ ਫਿਰ ਸਰਕਾਰੀ ਦਫ਼ਤਰ ਨੇ, ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਘਰਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੋਂ ਲੈ ਕੇ ਇਹ ਮੀਟਰ ਲਗਾਏ ਜਾਣਗੇ, ਜਿਸ ਦੀ ਇਹਨਾਂ ਨੇ ਜਿਹੜੀ ਕਿ ਡੈਡਲਾਈਨ ਦੀ ਗੱਲ ਕੀਤੀ ਜਾਵੇ ਤਾਂ 15 ਸਤੰਬਰ ਤੱਕ ਡੈਡਲਾਈਨ ਕਰ ਦਿੱਤੀ ਗਈ, ਜਿਸ ਤੋਂ ਬਾਅਦ ਇਹ ਸਮਾਰਟ ਮੀਟਰ ਲੱਗਣੇ ਸ਼ੁਰੂ ਹੋ ਜਾਣਗੇ। ਕਿਉਂਕਿ ਜਿਹੜਾ ਇਹ ਕੰਮ ਕੀਤਾ ਜਾ ਰਿਹਾ, ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਉਸ ਬਿਜਲੀ ਚੋਰੀ ਨੂੰ ਰੋਕਣ ਦਾ ਇੱਕੋ ਮਕਸਦ ਹੈ ਕਿ ਇਸ ਤਰੀਕੇ ਦੇ ਨਾਲ ਸਮਾਰਟ ਮੀਟਰ ਉਹ ਲਗਾਏ ਜਾਣ, ਜਿਸ ਕਰਕੇ ਸਮਾਰਟ ਮੀਟਰ ਲਗਾਉਂਦੇ ਹੋਏ ਜਿਹੜੀ ਬਿਜਲੀ ਦੀ ਚੋਰੀ ਆ ਉਹ ਰੋਕੀ ਜਾ ਸਕਦੀ ਹੈ ਤੇ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੇ ਦਫ਼ਤਰਾਂ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਕੀ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਜੇਕਰ ਸ਼ੁਰੂਆਤ ਹੋਏਗੀ ਤਾਂ ਬਿਜਲੀ ਦੀ ਚੋਰੀ ਰੁਕ ਸਕਦੀ ਹੈ, ਕਿਉਂਕਿ ਇਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਬਿਜਲੀ ਚੋਰੀ ਦੇ ਵਿੱਚ ਜਿਵੇਂ ਡੇਰੇ ਹੋ ਗਏ, ਥਾਣੇ ਹੋ ਗਏ ਜਾਂ ਹੋਰ ਜਿਹੜੇ ਵਿਭਾਗ ਨੇ ਉੱਥੇ ਜ਼ਿਆਦਾ ਇਹਨਾਂ ਦੀ ਬਿਜਲੀ ਚੋਰੀ ਹੋ ਰਹੀ ਹੈ। ਪਰ ਇਹਨਾਂ ਜੀ ਵੱਡਾ ਸਵਾਲ ਇੱਥੇ ਖੜਾ ਹੋ ਗਿਆ ਹੈ ਕਿ 600 ਯੂਨਿਟ 2 ਮਹੀਨੇ ਦੀ ਆਮ ਆਦਮੀ ਪਾਰਟੀ ਵੱਲੋਂ ਮਾਫ ਕੀਤੀ ਗਈ ਹੈ ਸਰਕਾਰ ਵੱਲੋਂ ਕਿ ਤੁਹਾਡਾ ਬਿੱਲ ਜ਼ੀਰੋ ਆਏਗਾ। ਵੱਡੀਆਂ ਪ੍ਰੈਸ ਕਾਨਫਰੰਸਿਸ ਕੀਤੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਮੰਤਰੀ ਸਹਿਬਾਨ ਜ਼ੀਰੋ ਬਿੱਲ ਦਿਖਾ ਰਹੇ ਨੇ ਕਿ ਆ ਦੇਖੋ ਜੀ ਲੋਕਾਂ ਦੇ ਜ਼ੀਰੋ ਬਿੱਲ ਆ ਚੁੱਕੇ ਨੇ। ਤੇ ਜੇਕਰ ਪ੍ਰੀਪੇਡ ਮੀਟਰ ਲੱਗਦੇ ਨੇ ਤਾਂ ਉਹਨਾਂ ਦੇ ਵਿੱਚ ਕਿਹੋ ਜਿਹੀ ਵਿਵਸਥਾ ਕੀਤੀ ਜਾਵੇਗੀ, ਕਿੰਨੀਆਂ ਯੂਨਿਟਾਂ ਉਹਦੇ ਵਿੱਚ ਮਾਫ ਹੋਣਗੀਆਂ ਤੇ ਕਿੰਨਾ ਐਡਵਾਂਸ ਭਰਨਾ ਪਵੇਗਾ, ਕਿਉਂਕਿ ਜਿਹੜੇ ਪ੍ਰੀਪੇਡ ਮੀਟਰ ਨੇ ਉਹ ਇਲੈਕਟ੍ਰਿਕ ਮੀਟਰ ਹੋਣਗੇ। ਪ੍ਰੀਪੇਡ ਦਾ ਮਤਲਬ ਇਹੀ ਹੁੰਦਾ ਹੈ ਕਿ ਜਿਸ ਤਰ੍ਹਾਂ ਅਸੀਂ ਮੋਬਾਈਲ ਦਾ ਸਿਮ ਲੈਂਦੇ ਆ, ਉਹ ਸਿਮ ਦੇ ਵਿੱਚ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਪੋਸਟਪੇਡ ਸਿਮ ਲਿਆ ਤਾਂ ਤੁਹਾਨੂੰ ਮੰਥਲੀ ਬਿੱਲ ਆਏਗਾ, ਤੁਸੀਂ ਬਿੱਲ ਭਰੋਗੇ। ਪ੍ਰੀਪੇਡ ਸਿਮ ਦੇ ਵਿੱਚ ਜਿੰਨੇ ਤੁਸੀਂ ਪੈਸੇ ਤੁਹਾਡੇ ਕੋਲ ਹੈਗੇ ਨੇ ਉਨੇ ਰੀਚਾਰਜ ਕਰਵਾ ਲਓ, ਜਿੰਨੇ ਕੁ ਦਾ ਪੈਕੇਜ ਹੈਗਾ ਉਹ ਤੁਹਾਨੂੰ ਮਿਲ ਜਾਏਗਾ। ਪੈਸੇ ਖਤਮ ਤਾਂ ਤੁਹਾਡਾ ਰੀਚਾਰਜ ਵੀ ਖਤਮ ਤਾਂ ਤੁਹਾਡੀ ਗੱਲਬਾਤ ਵੀ ਖਤਮ। ਉਸੇ ਤਰ੍ਹਾਂ ਪ੍ਰੀਪੇਡ ਮੀਟਰ ਜਿਹੜੇ ਚਿੱਪ ਵਾਲੇ ਮੀਟਰ ਕਹੇ ਜਾ ਰਹੇ ਨੇ ਉਹਨਾਂ ਦੇ ਵਿੱਚ ਜਿਹੜੀ ਮੁੱਢਲੀ ਜਾਣਕਾਰੀ ਇਹ ਹੈ ਕਿ ਜਦੋਂ ਤੱਕ ਜਿੰਨੇ ਦਾ ਤੁਸੀਂ ਬਿਜਲੀ ਦਾ ਰੀਚਾਰਜ ਕਰਵਾਇਆ ਹੋਇਆ, ਮੰਨ ਲਓ ਤੁਸੀਂ 2000 ਰੁਪਇਆ ਭਰਿਆ ਹੋਇਆ, ਜਦੋਂ ਤੱਕ ਤੁਹਾਡੀ 2000 ਦੀ ਬਿਜਲੀ ਚੱਲ ਰਹੀ ਹੈ ਤਾਂ ਤੁਹਾਡਾ ਮੀਟਰ ਚੱਲ ਰਿਹਾ ਹੈ, ਘਰੇ ਤੁਹਾਡੇ ਬਿਜਲੀ ਪੂਰੀ ਸਪਲਾਈ ਆ ਰਹੀ ਹੈ। 2000 ਰੁਪਇਆ ਖਤਮ ਹੋਇਆ ਤਾਂ ਅੱਧੀ ਰਾਤ ਨੂੰ ਵੀ ਤੁਹਾਡੀ ਬਿਜਲੀ ਸਪਲਾਈ ਬੰਦ ਹੋ ਸਕਦੀ ਹੈ ਪ੍ਰੀਪੇਡ ਮੀਟਰ ਦੇ ਨਾਲ। ਕਿਸਾਨਾਂ ਵੱਲੋਂ ਇਹਦਾ ਵਿਰੋਧ ਕੀਤਾ ਗਿਆ, ਪਰ ਹੁਣ ਕਿਸਾਨ ਹੀ ਇਕਜੁੱਟ ਨਜ਼ਰ ਨਹੀਂ ਆ ਰਹੇ। ਕਿਸੇ ਵੀ ਮੁੱਦੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੀ ਇੱਕ ਪਾਸੜ ਫੈਸਲਾ ਲੈਂਦੀਆਂ ਨੇ ਜਾਂ ਫਿਰ ਵੱਖ-ਵੱਖ ਤਰ੍ਹਾਂ ਦੀਆਂ ਆਪਣੀਆਂ ਰਾਏ ਪੇਸ਼ ਕਰਦੀਆਂ ਨੇ। ਇਸੇ ਦੇ ਚੱਲਦਿਆਂ ਇਹਨਾਂ ਦੇ ਵੱਲ ਹੁਣ ਕੋਈ ਧਿਆਨ ਨਹੀਂ ਦੇ ਰਿਹਾ, ਪਰ ਜੇਕਰ ਇਹ ਸ਼ੁਰੂਆਤ ਸਰਕਾਰੀ ਅਧਿਕਾਰੀਆਂ ਤੋਂ ਕੀਤੀ ਜਾ ਰਹੀ ਹੈ ਤਾਂ ਇਹ ਸਹੀ ਰਹੇਗੀ ਕਿਉਂਕਿ ਆਮ ਲੋਕਾਂ ਦੇ ਉੱਤੇ ਇਹਦਾ ਸਿੱਧਾ ਬੋਝ ਨਹੀਂ ਪਵੇਗਾ। ਪਰ ਵੱਡਾ ਸਵਾਲ ਇਹ ਹੈ ਕਿ 600 ਯੂਨਿਟ ਦਾ ਕੀ ਬਣੇਗਾ। 600 ਯੂਨਿਟ ਨੂੰ ਇਹਨਾਂ ਪ੍ਰੀਪੇਡ ਮੀਟਰਾਂ ਦੇ ਵਿੱਚ ਕਿਵੇਂ ਐਡਜਸਟ ਕੀਤਾ ਜਾਵੇਗਾ। ਕੀ 600 ਯੂਨਿਟ ਤੱਕ ਦੇ ਜਿਹੜੇ ਪੈਸੇ ਨੂੰ ਸਰਕਾਰ ਪਹਿਲਾਂ ਭਰੇਗੀ ਜਾਂ ਫਿਰ ਮੀਟਰ ਦੇ ਵਿੱਚ ਵੀ ਕੋਈ ਯੂਨਿਟ ਨੂੰ ਲੈ ਕੇ ਸਿਸਟਮ ਫਿੱਟ ਕੀਤਾ ਜਾਵੇਗਾ ਕਿ ਜਿਹਦੀ 600 ਯੂਨਿਟ ਖਤਮ ਹੋ ਗਈ ਹੈ ਤਾਂ ਉਹਦਾ ਮੀਟਰ ਬੰਦ ਹੋ ਜਾਵੇਗਾ। ਸੋ ਬੜੇ ਵੱਡੇ ਸਵਾਲ ਨੇ। ਜ਼ਮੀਨੀ ਪੱਧਰ ਦੇ ਉੱਤੇ ਹੀ ਸੋਚਣ ਤੋਂ ਬਾਅਦ ਸਰਕਾਰਾਂ ਨੂੰ ਚਾਹੀਦਾ ਹੈ ਕਿ ਕੋਈ ਫੈਸਲਾ ਲੈਣ। ਇੱਕ ਪਾਸੇ ਮੁਫਤ ਬਿਜਲੀ, ਦੂਜੇ ਪਾਸੇ ਪ੍ਰੀਪੇਡ ਮੀਟਰ, ਆਪਸ ਦੇ ਵਿੱਚ ਦੋਵੇਂ ਗੱਲਾਂ ਮੇਲ ਨਹੀਂ ਖਾਂਦੀਆਂ। ਇਹਦਾ ਸਪਸ਼ਟੀਕਰਨ ਬਿਜਲੀ ਅਧਿਕਾਰੀਆਂ ਨੂੰ ਦੇਣਾ ਚਾਹੀਦਾ ਹੈ। ਮੰਤਰੀ ਸਾਹਿਬਾਨ ਨੂੰ ਜਿਹੜੇ ਸੰਬੰਧਿਤ ਮਹਿਕਮੇ ਦੇ ਨੇ ਉਹਨਾਂ ਨੂੰ ਇਹਦਾ ਸਪਸ਼ਟੀਕਰਨ ਲੋਕਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਮਾਰਟ ਮੀਟਰ ਕੰਮ ਕਰਨਗੇ ਤੇ 600 ਯੂਨਿਟ ਦਾ ਕੀ ਹੱਲ ਹੋਵੇਗਾ। ਹੁਣ ਗੱਲ ਕਰਾਂਗੇ ਬਹੁਤ ਚਰਚਿਤ ਮਾਮਲੇ ਦੀ, ਲਵਪ੍ਰੀਤ ਮਾਮਲੇ ਨੂੰ ਲੈ ਕੇ, ਕਿਉਂਕਿ ਲਵਪ੍ਰੀਤ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੇਖਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ, ਲਗਾਤਾਰ ਕਿਹਾ ਜਾ ਰਿਹਾ ਸੀ ਕਿ ਜਿਹੜੀ ਬੇਅੰਤ ਕੌਰ ਆ ਉਸ ਨੂੰ ਵਾਪਿਸ ਇੱਧਰ ਲਿਆਉਣਾ ਚਾਹੀਦਾ, ਉਸ ਨੂੰ ਡਿਪੋਰਟ ਕਰਨਾ ਚਾਹੀਦਾ, ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ, ਪਰ ਹਾਲੇ ਤੱਕ ਇਨਸਾਫ ਜਿਹੜਾ ਕਿ ਨਹੀਂ ਮਿਲਿਆ ਸੀ, ਜਿਹਦੇ ਚੱਲਦੇ ਹੁਣ 20 ਮਹੀਨਿਆਂ ਦੇ ਬਾਅਦ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਬੇਅੰਤ ਕੌਰ ਦੀ ਮਾਤਾ ਲਵਪ੍ਰੀਤ ਸਿੰਘ ਵਾਸੀ ਕੋਠੇ ਗੋਬਿੰਦਪੁਰਾ ਦੀ ਸੱਸ ਸੁਖਵਿੰਦਰ ਕੌਰ ਵਾਸੀ ਖੁੱਡੀ ਕਲਾਂ ਨੂੰ ਧਲੌਲਾ ਪੁਲਿਸ ਨੇ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ। ਇਸ ਕੇਸ ਦੀ ਜੇਕਰ ਜਾਂਚ ਦੀ ਗੱਲ ਕੀਤੀ ਜਾਵੇ ਤਾਂ ਇਸ ਕੇਸ ਦੀ ਜਾਂਚ ਲਈ ਤਤਕਾਲੀ ਐਸਐਸਪੀ ਸੰਦੀਪ ਗੋਇਲ ਨੇ ਐਸਪੀਪੀਬੀਆਈ ਹਰਬੰਤ ਕੌਰ ਦੀ ਅਗਵਾਈ ਦੇ ਵਿੱਚ ਸਿੱਟ ਕਾਇਮ ਕੀਤੀ ਸੀ, ਜਿਸ ਤੋਂ ਬਾਅਦ
लगातार इस मामले की डूंघाई दे नाल जांच की जा रही सी। उस वक्त यह मामला बहुत गरमाया हुआ सी। लगातार कहा जा रहा सी कि लवप्रीत नूं इंसाफ मिलना चाहिए, जिस तो बाद हुण किते जाके इंसाफ की किरण वो जागदी नज़र आई कि जिहड़ी सुखविंदर कौर नूं जिहड़ी लवप्रीत की सੱਸ आ उसनूं गिरफ्तार कर लिया। पर हाले जिहड़ा मसला वो हाले सुलझिया नहीं हैगा। हाले फिलहाल गिरफ्तारी हुई है, जांच अगे जिहड़ी कि चल रही है। की लगदा कि इन्ने समय बाद जिहड़ी पुलिस की कार्रवाई हुई है कि हुण इंसाफ मिलेगा? देखो रीना जी, इंसाफ बड़े केस ने साडे पिछे जे अंकड़े भी आए सीगे। पंजाब हरियाणा हाई कोर्ट दे विच ਲੱਖਾਂ केस पेंडिंग ने जिन्हां दी सुनवाई नहीं हुई। क्रिमिनल केस भी ने, होर तरह के केस भी ने। तो हुण जिस तरह के नाल नवे जजां की अपॉइंटमेंट की गई सी, उन्हां दे हिसाब दे नाल उम्मीद जागी सी कि केस ने जिहड़े वो लोकां दे मसले हल हो जाणगे। इसे तरह के थाणिਆਂ ਦੇ मसले हुंदे ने, थाणिਆਂ ਦੇ ਵਿੱਚ भी कई केस लंबा समा चलते रहंदे ने। इसे तरह का मामला सी लवप्रीत ते बेअंत कौर दा। काफ़ी सुर्खियां दे विच ये मामला आया। बेअंत कौर विदेश चली गई, जाके मुकर गई, लवप्रीत नाल संपर्क तोड़ दिता, जबकि लवप्रीत दे परिवार वालों ही सारा खर्चा किया गया सी। विआह तो बाद ये होया सी कि लवप्रीत नूं बेअंत मंगवा अपना बुला लेगी, पर तस्वीरां कुछ अजिहियां आईयां होरनां मुंडियां दे नाल जां होर किसी व्यक्ति दे नाल भी बेअंत कौर दीयां तस्वीरां सामने आईयां, जिस तो बाद माहौल होर गरमा गया। तो जिस तो बाद वड्डा कदम चुक्या लवप्रीत ने, उसने खुदकुशी की। परिवार का जवान पुत चला गया। बेअंत दे उत्ते कार्रवाई दीयां गल्लां चलियां कि बेअंत दे उत्ते कार्रवाई की जाए, बेअंत नूं हिरासत दे विच लिया जाए, डिपोर्ट किया जाए। पर हुण देर आए दुरुस्त आए, एक जने ते तां कार्रवाई हुई। बेअंत कौर दी मां दे उत्ते कार्रवाई हो गई है, जिस तरह तुसीं दस्सिआ, ते कार्रवाई होरां दे उत्ते भी हो जाएगी। जदों लवप्रीत ते बेअंत दा मामला सुर्खियां दे विच आया सी तां हज़ारां नौजवान अजे बाहर आ गए सी जिन्हां दे नाल धोखे होए सी। पर इत्थे नौजवान भी गलत ने, साडे नौजवान कुड़ियां भी गलत ने, मुंडे भी गलत ने। बिना पढ़े लिखे, बिना कुछ कीते सीधा कुड़ी तो आईलैट्स कराउंदे ने, आईलैट्स वाला रिश्ता लभदे ने, आईलैट्स करन तो बाद कुड़ी बाहर चल जाती है, खर्चा भी कर दिंदे ने, ते इस उम्मीद च कि मुंडा भी साडा उत्थे जाके सैटल हो जाऊगा। जिहड़ा इत्थे इहो जे पापड़ वेल रहा है कि कुड़ी लभो जी आईलैट्स वाली, इदां कर लांगे, उत्थे जाके सैटल हो जाएंगे, वो उत्थे जाके की काम करूगा? जिन्हें इत्थे नहीं काम किया तो उत्थे भी अजिहा काम नहीं करूगा। इस करके पिछे जे तुसी रिना देखा होना कि विदेश गए हुए मुंडे 15-20 आपस दे विच लड़ पे सी, तलवारां चल पईयां कैनेडा दे विच, एक दूजे नूं लहू लहान करता। उन्हां दे उत्ते भी डिपोर्ट दी तलवार लटक गई, उन्होंने भी डिपोर्ट किया जा रहा है, जिहड़ियां खबरां सामने आईयां ने। सो जिहड़े नौजवान ने उत्थे जाके भी जिहा कुछ कर रहे ने। आप अज दी सवेर दी एक खबर है कि 2-3 नौजवान ने जिन्हां ने किसी दे नाल कोई गलत हरकतां कीतियां ने, वो भी सुर्खियां दे विच आ चुके ने। सो अजिहियां जिहड़ियां खबरां ने वो इसे करके ने कि जिहड़ी गलत तरीके नाल विदेश जाण दा चलन चल पिया है कि कुड़ी दे उत्ते पैसा खर्च दिओ, कुड़ी तुहानूं लै जाएगी। कुड़ियां जाके कई मुकर जांदियां ने, बाद दे विच फिर ਅੱਖਾਂ ਦੇ ਵਿੱਚ ਘਸੁੰਨ ਦੇ ਕੇ ਰੋਂਦੇ ਨੇ ਤੇ ਫਿਰ ਅਜਿਹਾ ਕਦਮ ਚੁੱਕ ਲੈਂਦੇ ਨੇ। ਸਾਰੇ ਅਜੇ ਨਹੀਂ ਹੁੰਦੇ, ਪਰ ਕੁਝ ਨੇ ਜਿਹੜੇ ਅਜੇ ਮਾਮਲੇ ਦੇ ਵਿੱਚ। ਜੇਕਰ ਬੇਅੰਤ ਕੌਰ ਦੀ ਮਾਂ ਦੇ ਉੱਤੇ ਕਾਰਵਾਈ ਹੋਈ ਹੈ, ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਤਾਂ ਹੋਰ ਵੀ ਖੁਲਾਸੇ ਹੋਣਗੇ। ਹੋਰ ਵੀ ਜਿਹੜੇ ਲੋਕ ਨੇ ਇਸ ਮਾਮਲੇ ਦੇ ਵਿੱਚ ਇਨਵੋਲਵ ਨੇ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣ ਦੀ ਸੰਭਾਵਨਾ ਬਣ ਗਈ ਹੈ। ਜੀ, ਬਠਿੰਡਾ ਦੇ ਵਿੱਚ ਭਾਜਪਾ ਤੇ ਪ੍ਰਸ਼ਾਸਨ ਆਮੋ ਸਾਹਮਣੇ ਹੋਏ ਨੇ। ਗਊਸ਼ਾਲਾ ਦਾ ਕੋਈ ਮਾਮਲਾ, ਆਖਰ ਧਰਮਿੰਦਰ ਕਿਹੜਾ ਮਾਮਲਾ ਜਿਸ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰ ਦੇਖਣ ਨੂੰ ਮਿਲੀ? रीना जी, लंपी स्किन चल रही है। लंपी स्किन की बीमारी ने पशुओं को चपेट दे विच ले लिया। कल की गल है, कल रस्ते दे विच एक आवारा गां देखी जिहदे उत्ते बिल्कुल जख्म सीगे शरीर दे उत्ते, जैसे ना किसी रुपये के निशान की कोई चीज़ मोहर होवे वो लाती होवे। सारे शरीर के उत्ते लाल रंग के निशान, मतलब देखण लायक नहीं सी उहदा शरीर गां दा। ते गलती उन्हां दी भी है जिन्हां ने छड्डी हुई है गां, ਜਾਂ गऊशाला वाले ने छड्डती, ਜਾਂ फिर जिसे किसी किसान की ਜਾਂ पशु पालक की गां सीगी ਉਹਦੇ ਵੱਲ ਧਿਆਨ नहीं, तो किन्ने होर जानवरां ਨੂੰ अपनी चपेट ਦੇ ਵਿੱਚ ਲੈ ਲਏਗੀ, ਇਹਦਾ ਅੰਦਾਜ਼ਾ नहीं लगाया। ਇਸੇ ਦੇ ਚੱਲਦਿਆਂ ਬਠਿੰਡਾ ਪ੍ਰਸ਼ਾਸਨ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਸੀ ਕਿ ਜਿਹੜੀ ਸਰਕਾਰੀ ਪ੍ਰਬੰਧਾਂ ਹੇਠ ਗਊਸ਼ਾਲਾ ਹੈ, ਉਹ ਗਊਸ਼ਾਲਾ ਦੇ ਵਿੱਚ ਪਾਸ ਰਾਹੀਂ ਐਂਟਰੀ ਹੋਵੇਗੀ, ਤਾਂ ਜੋ ਇਹ ਰਿਕਾਰਡ ਰੱਖਿਆ ਜਾ ਸਕੇ ਕਿ ਕੌਣ ਆਇਆ ਤੇ ਕੌਣ ਗਿਆ, ਕੌਣ ਕਿਸ ਤਰ੍ਹਾਂ ਦਾ ਚਾਰਾ ਲੈ ਕੇ ਆਇਆ ਸੀ। ਤੇ ਇਹਦਾ ਉਹਨਾਂ ਨੇ ਹਵਾਲਾ ਇਹ ਦਿੱਤਾ ਸੀ ਕਿ ਇਹਦੇ ਨਾਲ ਇੱਕ ਤਾਂ ਪਸ਼ੂ ਦੀ ਸਿਹਤ ਬਾਰੇ ਪਤਾ ਚੱਲ ਜਾਏਗਾ ਕਿ ਕੋਈ ਉਹਨੂੰ ਇਹੋ ਜਿਹਾ ਕੋਈ ਚਾਰਾ ਤਾਂ ਨਹੀਂ ਆ ਗਿਆ ਜਿਹਦੇ ਵਿੱਚ ਕੋਈ ਸੰਕਰਮਣ ਹੋਵੇ, ਜਿਹਦੇ ਵਿੱਚ ਕੋਈ ਲਾਗ ਹੋਵੇ, ਤੇ ਕੋਈ ਵਿਅਕਤੀ ਅਜਿਹਾ ਤਾਂ ਨਹੀਂ ਆਇਆ ਜੋ ਖੁਦ ਬਿਮਾਰ ਆ ਤੇ ਪਸ਼ੂ ਦੇ ਸੰਪਰਕ ਦੇ ਵਿੱਚ ਆ ਕੇ ਉਹਨੂੰ ਬਿਮਾਰ ਕਰੇ ਜਾਂ ਖੁਦ ਬਿਮਾਰ ਹੋ ਜਾਵੇ। ਸੋ ਇਸ ਕਰਕੇ ਉਹਨਾਂ ਨੇ ਰਿਕਾਰਡ ਰੱਖਣ ਵਾਸਤੇ ਕਿਹਾ ਸੀ, ਤੇ ਇਸੇ ਦੇ ਚੱਲਦਿਆਂ ਭਾਜਪਾ ਨੇ ਮੋਰਚਾ ਖੋਲ੍ਹ ਦਿੱਤਾ ਹੈ। ਭਾਜਪਾ ਨੇ ਇਸ ਨੂੰ ਹੋਰ ਹੀ ਰੰਗਤ ਦੇ ਦਿੱਤੀ ਹੈ। ਭਾਜਪਾ ਦੇ ਸਟੇਟ ਜਨਰਲ ਸੈਕਟਰੀ ਨੇ ਸੁਖਪਾਲ ਸਰਾਂ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਗਊ ਭਗਤ ਨੇ, ਗਊਆਂ ਦੀ ਸੇਵਾ ਕਰਨ ਵਾਲੇ ਲੋਕ ਨੇ, ਉਹਨਾਂ ਦੀਆਂ ਭਾਵਨਾਵਾਂ ਨੂੰ ਪ੍ਰਸ਼ਾਸਨ ਨੇ ਠੇਸ ਪਹੁੰਚਾਈ ਹੈ।
ਪ੍ਰਸ਼ਾਸਨ ਨੇ ਉਹਨਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਹੈ, ਜਦ ਕਿ ਇਸ ਵੇਲੇ ਪਸ਼ੂਆਂ ਨੂੰ ਚਾਰੇ ਦੀ ਲੋੜ ਹੈ। ਪਸ਼ੂਆਂ ਦਾ ਚਾਰਾ ਖਤਮ ਹੋ ਚੁੱਕਿਆ ਹੈ, ਪਸ਼ੂ ਬਿਮਾਰ ਨੇ, ਉਹਨਾਂ ਦੀ ਦਵਾ ਦਾਰੂ ਵੀ ਕਰਨੀ ਹੈ। ਇਸ ਕਰਕੇ ਇਹ ਫੈਸਲਾ ਵਾਪਸ ਲਿਆ ਜਾਵੇ। ਜੇਕਰ ਸਰਕਾਰ ਇਹ ਫੈਸਲਾ ਜਾਂ ਪ੍ਰਸ਼ਾਸਨ ਇਹ ਫੈਸਲਾ ਵਾਪਸ ਨਹੀਂ ਲੈਂਦਾ ਤਾਂ ਅਸੀਂ ਧਰਨਾ ਦੇਵਾਂਗੇ। ਹੁਣ ਇਹਦੇ ਦੋ ਪੱਖ ਨੇ। ਪ੍ਰਸ਼ਾਸਨ ਨੇ ਇਸ ਕਰਕੇ ਇਹ ਕੀਤਾ ਕਿ ਕੋਈ ਜਿਹੜੀ ਲਾਗ ਦੀ ਬਿਮਾਰੀ ਹੈ ਉਹ ਲੋਕਾਂ 'ਚ ਨਾ ਫੈਲੇ, ਉੱਥੇ ਸਿਰਫ ਉਹ ਲੋਕ ਜਾਣ ਜਿਹੜੇ ਰੋਜ਼ਾਨਾ ਜਾਂਦੇ ਨੇ, ਉਹਨਾਂ ਦਾ ਕੋਈ ਪਾਸ ਬਣ ਜਾਏਗਾ। ਭਾਜਪਾ ਕਹਿੰਦੀ ਹੈ ਜੀ ਉੱਥੇ ਹਰ ਕੋਈ ਜਾਵੇ, ਕਿਉਂਕਿ ਉੱਥੇ ਪਸ਼ੂਆਂ ਦੀ ਸੇਵਾ ਦਾ ਮਾਮਲਾ ਹੈ। ਉਹ ਕਹਿੰਦੇ ਅਸੀਂ ਇਹ ਕੇਂਦਰ ਦੇ ਵਿੱਚ ਵੀ ਮੁੱਦਾ ਚੁੱਕਾਂਗੇ ਭਾਜਪਾ ਵਾਲੇ ਵੀ ਬਠਿੰਡਾ ਪ੍ਰਸ਼ਾਸਨ ਇੱਦਾਂ ਦਾ ਕਰ ਰਿਹਾ ਹੈ, ਉਹਦੇ ਨਾਲ ਗਊਆਂ ਦੀ ਹਾਨੀ ਹੋ ਰਹੀ ਆ, ਉਹਨਾਂ ਨੂੰ ਭੁੱਖੇ ਰਹਿਣਾ ਪੈ ਰਿਹਾ ਹੈ। ਸੋ ਹੁਣ ਦੇਖਣਾ ਹੋਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਬਠਿੰਡਾ ਪ੍ਰਸ਼ਾਸਨ ਨੇ ਇਹ ਆਪਣੇ ਆਦੇਸ਼ ਵਾਪਸ ਨਾ ਲਏ ਤਾਂ ਅਸੀਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਾਂਗੇ ਤੇ ਇਸ ਮੁੱਦੇ ਨੂੰ ਹੋਰ ਉਭਾਰਾਂਗੇ। ਹੁਣ ਗੱਲ ਕਰਾਂਗੇ ਸਾਧੂ ਸਿੰਘ ਧਰਮਸੋਤ ਅਤੇ ਦਲਜੀਤ ਗਿਲਜਾ ਨੂੰ ਲੈ ਕੇ, ਜਿਨ੍ਹਾਂ ਨੂੰ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਮਿਲੀ ਗਈ ਹੈ। ਜੰਗਲਾਤ ਘੁਟਾਲੇ ਦਾ ਇਹ ਮਾਮਲਾ, ਕਿਉਂਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਘੁਟਾਲਿਆਂ ਨੂੰ ਲੈ ਕੇ ਜਿਹੜੇ ਵੀ ਮੰਤਰੀ ਨੇ, ਚਾਹੇ ਸਾਬਕਾ ਹੋਣ ਚਾਹੇ ਮੌਜੂਦਾ ਹੋਣ, ਵਿਧਾਇਕ ਹੋਣ, ਜਿਹੜੇ ਵੀ ਨੇ, ਉਹ ਹੁਣ ਰਡਾਰ ਤੇ ਆ ਚੁੱਕੇ ਨੇ। ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਜਿਨ੍ਹਾਂ ਨੇ ਵੀ ਘੁਟਾਲੇ ਕੀਤੇ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ, ਉਹਨਾਂ ਦੇ ਖੁਲਾਸੇ ਕੀਤੇ ਜਾਣ। ਜਿਸ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਕਈ ਸਾਬਕਾ ਤੇ ਜਿਹੜੇ ਮੰਤਰੀ ਸੀ ਉਹ ਰਡਾਰ ਤੇ ਆਏ, ਜਿਹਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਸਾਧੂ ਸਿੰਘ ਧਰਮਸੋਤ ਦੀ ਤਾਂ ਉਹਨਾਂ ਦੇ ਵਿੱਚ ਵੀ ਜਿਹੜੇ ਕਿ ਜੰਗਲਾਤ ਘੁਟਾਲੇ ਨੂੰ ਲੈ ਕੇ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਉਸ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਗਿਆ, ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ 14 ਦਿਨਾਂ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੇ ਉਹਨਾਂ ਦੇ ਵੱਲੋਂ ਜ਼ਮਾਨਤ ਅਰਜ਼ੀ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਤੋਂ ਬਾਅਦ ਪਹਿਲਾਂ ਵੀ ਪਿਛਲੀ ਵਾਰ ਇਸ 'ਤੇ ਸੁਣਵਾਈ ਹੋਣੀ ਸੀ, ਪਰ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਦੇ ਉੱਤੇ ਫੈਸਲਾ ਸੁਣਾਉਂਦੇ ਹੋਏ ਇਸ ਦੀ ਜਿਹੜੀ ਕਿ ਜ਼ਮਾਨਤ ਦੇ ਦਿੱਤੀ ਹੈ। ਉੱਥੇ ਹੀ ਦਲਜੀਤ ਗਿਲਜੀਆਂ ਜੋ ਉਹ ਵੀ ਇਸ ਮਾਮਲੇ ਦੇ ਵਿੱਚ ਲਿਪਤ ਸਨ ਅਤੇ ਉਸ ਨੂੰ ਵੀ ਜਿਹੜੇ ਕਿ ਜ਼ਮਾਨਤ ਉਹ ਮਿਲ ਗਈ ਹੈ। ਜੀ ਬਿਲਕੁਲ ਰੀਨਾ ਜੀ, ਖਬਰ ਬੜੀ ਅਹਿਮ ਬਣ ਜਾਂਦੀ ਹੈ ਕਿਉਂਕਿ ਲੰਮੇ ਸਮੇਂ ਤੋਂ ਸਾਧੂ ਸਿੰਘ ਧਰਮਸੋਤ ਲਗਾਤਾਰ ਸੁਰਖੀਆਂ ਦੇ ਵਿੱਚ ਸੀਗੇ। ਸਾਧੂ ਸਿੰਘ ਧਰਮਸੋਤ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਸੀ, ਨਾਭਾ ਦੀ ਜੇਲ੍ਹ ਦੇ ਵਿੱਚ ਉਹ ਬੰਦ ਸੀਗੇ। ਜ਼ਮਾਨਤ ਅਰਜ਼ੀ ਲਗਾਈ ਗਈ ਹਾਈ ਕੋਰਟ ਦੇ ਵਿੱਚ ਤਾਂ ਉਹਨਾਂ ਨੂੰ ਹੁਣ ਰਾਹਤ ਮਿਲ ਗਈ ਹੈ, ਜ਼ਮਾਨਤ ਮਿਲ ਚੁੱਕੀ ਹੈ। ਹੁਣ ਉਹ ਕੀ ਬਿਆਨ ਦਿੰਦੇ ਨੇ ਆਉਣ ਵਾਲਾ ਸਮਾਂ ਦੱਸੇਗਾ, ਪਰ ਰਾਹਤ ਭਰੀ ਖਬਰ ਹੈ ਸਾਧੂ ਸਿੰਘ ਧਰਮਸੋਤ ਲਈ। ਘੁਟਾਲਾ ਕੀਤਾ ਗਿਆ, ਦਰਖਤ ਵੱਢ ਕੇ ਵੇਚਣ ਦਾ ਘੁਟਾਲਾ ਹੋਇਆ। ਇਸ ਤੋਂ ਇਲਾਵਾ ਦਲਜੀਤ ਸਿੰਘ ਗਿਲਜੀਆਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ, ਸੰਗਤ ਸਿੰਘ ਗਿਲਜੀਆਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਟਰੀ ਗਾਰਡ ਤੱਕ ਦੇ ਵਿੱਚ ਵੀ ਘੁਟਾਲਾ ਕੀਤਾ ਹੈ। ਸੋ ਅਜਿਹੇ ਇਲਜ਼ਾਮਾਂ ਦੇ ਵਿੱਚ ਘਿਰੇ ਹੋਏ ਆਗੂਆਂ ਨੂੰ ਜ਼ਮਾਨਤ ਮਿਲੀ ਹੈ, ਰਾਹਤ ਮਿਲੀ ਹੈ ਤੇ ਖਾਸ ਕਰ ਕਾਂਗਰਸ ਵਾਸਤੇ ਵੀ ਕਾਫੀ ਰਾਹਤ ਭਰੀ ਖਬਰ ਹੈ। ਜਿਸ ਤਰ੍ਹਾਂ ਦੇ ਨਾਲ ਕਾਂਗਰਸੀ ਆਮ ਆਦਮੀ ਪਾਰਟੀ ਸਰਕਾਰ ਦੀ ਰਡਾਰ ਤੇ ਚੱਲ ਰਹੇ ਨੇ, ਲਗਾਤਾਰ ਘੁਟਾਲੇ ਸਾਹਮਣੇ ਆ ਰਹੇ ਨੇ, ਉਹਨਾਂ ਦੇ ਵਿੱਚ ਇਹਨਾਂ ਦੋਵਾਂ ਵਾਸਤੇ ਰਾਹਤ ਭਰੀ ਖਬਰ ਹੈ। ਤੇ ਇੱਕ ਮਾਮਲਾ ਹੋਰ ਵੀ ਸੀਗਾ ਜਿਹਦੇ ਵਿੱਚ ਸਾਧੂ ਸਿੰਘ ਧਰਮਸੋਤ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਇਹਨਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਘੁਟਾਲਾ ਕੀਤਾ ਹੈ। ਉਹ ਵੀ ਮਾਮਲਾ ਅਜੇ ਪੈਂਡਿੰਗ ਹੈ, ਸੀਬੀਆਈ ਜਾਂਚ ਦੀ ਮੰਗ ਵੀ ਉੱਠੀ ਹੋਈ ਹੈ। ਤੇ ਦੂਜੇ ਪਾਸੇ ਇੱਕ ਮੰਗ ਹੋਰ ਉੱਠ ਗਈ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਮੰਤਰੀ, ਐਮਐਲਏ ਜਾਂ ਕੋਈ ਵੀ ਵੱਡਾ ਅਫਸਰ ਅਧਿਕਾਰੀ ਘੁਟਾਲਾ ਕਰਦਾ ਹੈ, ਘਪਲਾ ਕਰਦਾ ਹੈ, ਪੈਸਿਆਂ ਦਾ ਗਬਨ ਕਰਦਾ ਹੈ ਤਾਂ ਉਹਦਾ ਜਿਹੜਾ ਖਮਿਆਜ਼ਾ ਹੈ ਉਸੇ ਨੂੰ ਹੀ ਭੁਗਤਣਾ ਪਵੇ। ਲੋਕ ਕਹਿੰਦੇ ਨੇ, ਜਿਨ੍ਹਾਂ ਦੇ ਅਸੀਂ ਵਿਚਾਰ ਜਾਣਦੇ ਹਾਂ, ਉਹ ਕਹਿੰਦੇ ਨੇ ਕਿ ਇਹ ਲੋਕ ਮਹੀਨਾ ਜੇਲ੍ਹ ਦੇ ਵਿੱਚ ਰਹਿ ਲੈਣਗੇ, 2 ਮਹੀਨਾ ਜੇਲ੍ਹ 'ਚ ਰਹਿ ਲੈਣਗੇ, ਕੇਸ ਚੱਲਦਾ ਰਹੂਗਾ, ਵਾਪਸ ਆ ਜਾਣਗੇ, ਪਰ ਪੈਸੇ ਨੇ ਜਿਹੜੇ ਉਹ ਵਾਪਸ ਨਹੀਂ ਆਉਣੇ। ਇਸ ਕਰਕੇ ਜਿੰਨਾ ਕਰੋੜਾਂ ਰੁਪਈਆਂ ਦਾ ਘਪਲਾ ਹੁੰਦਾ ਉਹ ਅਫਸਰਾਂ ਤੋਂ ਭਰਪਾਈ ਕਰਾਈ ਜਾਵੇ, ਉਹਨਾਂ ਦੀਆਂ ਤਨਖਾਹਾਂ ਰੋਕੀਆਂ ਜਾਣ, ਪੈਨਸ਼ਨਾਂ ਰੋਕੀਆਂ ਜਾਣ ਤੇ ਇਸ ਤੋਂ ਇਲਾਵਾ ਜਿਹੜੇ ਮੰਤਰੀ ਨੇ ਜਿਹੜੇ ਇਸ ਘਪਲੇ ਦੇ ਵਿੱਚ ਫਸ ਜਾਂਦੇ ਨੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਕੁਰਕ ਕਰਕੇ ਉਹ ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚ ਪਾਏ ਜਾਣ। ਕਿਉਂਕਿ ਜਿਹੜਾ ਵੀ ਕੋਈ ਸਕੀਮ ਹੁੰਦੀ ਹੈ, ਜਿਹੜਾ ਵੀ ਕੋਈ ਸਰਕਾਰ ਕੰਮ ਕਰਦੀ ਹੈ, ਵਿਕਾਸ ਕਾਰਜ ਕਰਦੀ ਹੈ, ਉਹ ਲੋਕਾਂ ਦੇ ਟੈਕਸਾਂ ਦੇ ਉੱਤੇ ਹੁੰਦਾ। ਟੈਕਸ ਲਿਆ ਜਾਂਦਾ ਤਾਂ ਉਹ ਟੈਕਸ ਤੋਂ ਹੀ ਵਿਕਾਸ ਕੀਤਾ ਜਾਂਦਾ ਹੈ। ਤੇ ਜੇਕਰ ਵਿਕਾਸ ਦੇ ਨਾਮ ਤੇ ਟੈਂਡਰ ਦੇਣੇ ਨੇ, ਉਹਨਾਂ ਦੇ ਵਿੱਚ ਵੀ ਘਪਲੇ ਕਰਨੇ, ਤਾਂ ਲੋਕਾਂ ਦੇ ਪੈਸੇ ਦਾ ਸਿੱਧੇ ਤੌਰ ਤੇ ਘਪਲਾ ਹੋ ਗਿਆ। ਇਸ ਕਰਕੇ ਵੀ ਹੁਣ ਮੰਗ ਪੂਰੀ ਉੱਠਦੀ ਹੋਈ ਨਜ਼ਰ ਆ ਰਹੀ ਹੈ ਕਿ ਇਹਨਾਂ ਨੂੰ ਸਜ਼ਾ ਦੇਣਾ ਵੱਖਰੀ ਗੱਲ ਹੈ, ਪਰ ਇਸ ਤੋਂ ਇਲਾਵਾ ਜਿਹੜੀ ਭਰਪਾਈ ਆ ਉਹ ਵੀ ਇਹਨਾਂ ਦੀਆਂ ਜੇਬਾਂ ਦੇ ਵਿੱਚੋਂ ਹੀ ਕਰਵਾਈ ਜਾਵੇ। ਇਸ ਦੇ ਨਾਲ ਹੀ ਧਰਮਿੰਦਰ ਜੀ ਦੇਖਿਆ ਗਿਆ ਕਿ ਅੱਜ ਅਧਿਆਪਕਾਂ ਨੂੰ ਸਟੇਟ ਅਵਾਰਡ ਦੇ ਨਾਲ ਵੀ ਜਿਹੜਾ ਕਿ ਸਨਮਾਨਿਤ ਕੀਤਾ ਗਿਆ। ਬਿਲਕੁਲ ਰੀਨਾ ਜੀ, ਅਧਿਆਪਕ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ, ਸਕੂਲਾਂ ਦੀ ਨੁਹਾਰ ਬਦਲੀ ਹੈ, ਵਿਦਿਆਰਥੀਆਂ ਨੂੰ ਚੰਗਾ ਪੜ੍ਹਾਇਆ, ਨਤੀਜੇ 100% ਦਿੱਤੇ ਨੇ, ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ। 74 ਅਜਿਹੇ ਅਧਿਆਪਕ ਨੇ ਵੱਖ-ਵੱਖ ਸਕੂਲਾਂ ਦੇ ਪੂਰੇ ਜ਼ਿਲ੍ਹਿਆਂ ਦੇ ਵਿੱਚੋਂ। ਉਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ-ਏ ਖਾਲਸਾ ਜਿਹੜੀ ਯਾਦਗਾਰ ਬਣਾਈ ਗਈ ਹੈ, ਉੱਥੇ ਇੱਕ ਸਮਾਗਮ ਕੀਤਾ ਗਿਆ, ਉੱਥੇ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਨਮਾਨਿਤ ਕੀਤਾ ਹੈ ਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨੇ, ਉਹ ਵੀ ਉੱਥੇ ਮੌਕੇ ਤੇ ਮੌਜੂਦ ਰਹੇ। ਤੇ ਇਸੇ ਦੇ ਚੱਲਦਿਆਂ ਹੀ 8736 ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਤੇ ਇਸ ਤੋਂ ਇਲਾਵਾ
ਕਾਲਜਿਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਗੈਸਟ ਫੈਕਲਟੀ ਦੇ ਉੱਤੇ ਅਧਿਆਪਕ ਪੜ੍ਹਾਉਂਦੇ ਨੇ ਉਹਨਾਂ ਦੇ ਮਾਣ ਭੱਤੇ ਦੇ ਵਿੱਚ ਵੀ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਗਿਆ। ਮਾਨ ਸਾਹਿਬ ਵੱਲੋਂ ਅੱਜ ਟੀਚਰ ਡੇ ਹੈ, ਅੱਜ ਟੀਚਰਸ ਡੇ ਹੈ, ਅਧਿਆਪਕ ਦਿਵਸ ਹੈ, ਇਸੇ ਦੇ ਉੱਤੇ ਹੀ ਵੱਡੇ ਤੋਹਫੇ ਦਿੱਤੇ ਜਾ ਰਹੇ ਨੇ। ਤੇ ਮਾਨ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਜਿਹੜਾ UGC ਪੇ ਸਕੇਲ ਦਾ 7ਵਾਂ ਬਣਦਾ ਹੈ, ਕਮਿਸ਼ਨ ਬਣਦਾ ਹੈ, ਉਹਦੇ ਹਿਸਾਬ ਦੇ ਨਾਲ ਹੀ ਜਿਹੜੇ ਅਧਿਆਪਕ ਨੇ ਯੂਨੀਵਰਸਿਟੀਜ਼ ਤੇ ਕਾਲਜਿਸ ਦੇ ਉਹਨਾਂ ਨੂੰ ਤਨਖਾਹ ਦਿੱਤੀ ਜਾਵੇਗੀ, ਉਹ ਲਾਗੂ ਹੋ ਜਾਏਗਾ। ਉਹ 1 ਅਕਤੂਬਰ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਜਾਣਗੇ। ਗੈਸਟ ਫੈਕਲਟੀ ਅਧਿਆਪਕਾਂ ਦੀ ਭਰਤੀ ਵੀ ਕੀਤੀ ਜਾਵੇਗੀ। ਸੋ ਮਾਨ ਸਰਕਾਰ ਨੇ ਅੱਜ ਅਧਿਆਪਕ ਦਿਵਸ ਦੇ ਉੱਤੇ ਕਾਫੀ ਤੋਹਫੇ ਦੇ ਦਿੱਤੇ ਨੇ ਤੇ 74 ਅਧਿਆਪਕਾਂ ਨੂੰ ਸਨਮਾਨਿਤ ਕੀਤਾ, ਜਿਹਦੇ ਵਿੱਚ ਇੱਕ ਅਧਿਆਪਕ ਅਜਿਹਾ ਵੀ ਹੈ ਜੋ ਉਹਨਾਂ ਦੇ ਆਪਣੇ ਜੱਦੀ ਪਿੰਡ ਸਤੌਜ ਦੇ ਵਿੱਚ ਇੱਕ ਸਰਕਾਰੀ ਸਕੂਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਜੀ ਧਰਮਿੰਦਰ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਜੀ ਧੰਨਵਾਦ ਰੀਨਾ ਜੀ। ਇਹ ਸਨ ਧਰਮਿੰਦਰ ਸੰਧੂ ਜਿਨ੍ਹਾਂ ਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸਾਡੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।